सतनाम वाहिगुरु साहिब जीओ। धनासरी महला पंजवा। त्रिपत भई सच भोजन खाया, मन तन रसना नाम ध्याया। त्रिपत भई सच भोजन खाया, मन तन रसना नाम ध्याया। जीवन हर जीवना, जीवन हर जप साध संग रहाओ। अनेक प्रकारी वस्त्र ओढ़ाए, अन दिन कीर्तन हर गुण गाए। हस्ती रथ अस असवारी, हर का मार्ग हृदय निहारी। मन तन अंतर गुर चरण ध्याया, हर सुख निधान नानक दास पाया। मन तन अंतर चरण ध्याया, हर सुख निधान नानक दास पाया। वाहिगुरु जी का खालसा, वाहिगुरु जी की फतेह। परम सत्कारयोग जुगो जुग अटल गुरगद्दी ते सुभाईमान सर्व सांझी वालता दे रहबर, नाम के जहाज हल्त पलत दे रक्षक, लोक प्रलोक दे सहायक हाजर नाजर। हे गोबिंद हे गोपाल हे दयाल लाल, प्राणनाथ अनाथ सखे दीन दर्द निवार। हे समर्थ अगम पूरन मोहे मया तार, अंधकूप महा भयान नानक पार उतार। शब्द गुरु धन धन साहिब श्री गुरु ग्रंथ साहिब जी महाराज पातशाह जी दे पावन चरना अंदर सुशोभित होए बैठे गुरु सवारे सतसंगी जनों, आप वड भागे हो अमृतमयी बाणी दा रस पिन्ना। कीर्तन गुरु के कीर्तनिया सिंघां पासों बड़े ही प्यार अदब सहित सरवण कर रहे सी। उपरंत रोजाना की तरह चल रही लड़ीवार ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਦੇ ਵਿੱਚ ਇਕਾਗਰਤ ਕਰੋ, ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ। ਕਬੀਰ ਏਕ ਘੜੀ ਆਦਿ ਘਰੀ ਆਦਿ ਹੂੰ ਤੇ ਆਦ, भगतन सेती गोष्टे जो कीने सो लाभ दे महावाक अनुसार। जितना भी समा गुर शब्द की विचार नाल सांझ पै सके, ये विचार साडे जीवन नूं लाभ पहुँचा सके। साहिब जी की असीस हासिल करने हित बड़े ही प्यार अदब सहित रस भरनी आवाज विच उचारण करो जी सतनाम श्री वाहिगुरु जी। साहिब श्री गुरु अर्जन देव जी महाराज पंचम गुरुदेव जी के पावन मुखारबिंद तो उचारण अज दे इलाही अमृतमय बचन धनासरी राग दे अंदर सतगुरु गुरु ग्रंथ साहिब पातशाह जी के पावन अंग 684 उपर सुशोभित हैं।
ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਨੇ ਮਹਿਰਾਮਤ ਕੀਤੀ, ਇਹੀ ਅਸਲ ਜੀਵਨ ਹੈ, ਹਰੀ ਦੀ ਯਾਦ ਵਿੱਚ ਜੁੜ ਜਾਣਾ। ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਨੂੰ ਜਪਣਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ। ਜੀਵਨਾ ਹਰ ਜੀਵਨਾ, ਇਹ ਜੀਵਨ ਹੈ ਔਰ ਇਹੀ ਜੀਵਨ ਹੈ ਹਰੀ ਨਾਲ ਜੁੜ ਕੇ ਜਿਉਣਾ। ਤੇ ਇਹ ਜੀਵਨ ਮਿਲਦਾ ਕਿੱਥੋਂ ਹੈ? ਜੀਵਨ ਹਰ ਜਪ ਸਾਧ ਸੰਗ, ਗੁਰੂ ਦੀ ਸੰਗਤ ਕਰਕੇ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਨੂੰ ਜਪਣਾ। ਸਾਧ ਸੰਗਤ ਦੇ ਵਿੱਚ ਰੱਬ ਦੀ ਸਿਫਤ ਤੋਂ ਸਲਾਹ ਦੀ ਬਾਣੀ ਦਾ ਗਾਇਨ ਕਰਨਾ, ਜੀਵਨ ਹੀ ਇਹ ਹੈ। ਜੀਵਨ ਦਾ ਇੱਥੇ ਭਾਵ ਹੈ ਆਤਮਿਕ ਤੌਰ ਤੇ ਜਿਉਣਾ, ਕਿਉਂਕਿ ਸਰੀਰਕ ਤੌਰ ਤੇ ਜੀਵਨ ਸਾਰਿਆਂ ਕੋਲ ਹੈ, ਪਰ ਆਤਮਿਕ ਤੌਰ ਤੇ ਜੀ ਪੈਣਾ, ਆਤਮਿਕ ਤੌਰ ਤੇ ਜਾਗ ਜਾਣਾ, ਸੁਚੇਤ ਹੋ ਜਾਣਾ। ਕਿਉਂਕਿ ਆਤਮਿਕ ਤੌਰ ਤੇ ਉੱਪਰ ਕਈ ਵਾਰੀ ਵਿਕਾਰਾਂ ਵਿੱਚ ਅਸੀਂ ਮਰ ਚੁੱਕੇ ਹੁੰਦੇ ਹਾਂ। ਆਤਮਿਕ ਤੌਰ ਤੇ ਕਈ ਵਾਰੀ ਮੌਤ ਹੁੰਦੀ ਹੈ। ਪ੍ਰਭੂ ਦਾ ਇੱਕ ਨਾਮ ਹੈ ਅਕਾਲ ਮੂਰਤ। ਮੂਰਤ ਮੈਨੇ ਉਹਦੀ ਹਸਤੀ, ਉਹਦੀ ਹੋਂਦ। ਤੇ ਅਕਾਲ ਦਾ ਅਰਥ ਹੈ ਕਾਲ ਤੋਂ ਰਹਿਤ, ਜਿਹਨੂੰ ਮੌਤ ਨਹੀਂ ਹੈ। ਪ੍ਰਭੂ ਦੀ ਹਸਤੀ ਮੌਤ ਤੋਂ ਰਹਿਤ ਹੈ, ਅਕਾਲ ਮੂਰਤ ਹੈ। ਜੇ ਰੱਬ ਅਕਾਲ ਮੂਰਤ ਹੈ ਤੇ ਮੇਰੇ ਤੇ ਕੀ ਅਸਰ ਹੈ? ਹੋਏਗਾ ਅਕਾਲ ਮੂਰਤ। ਉਹ ਆਤਮਿਕ ਮੌਤ ਨਹੀਂ ਮਰਦਾ, ਉਹਦੀ ਹੋਂਦ ਮੌਤ ਤੋਂ ਪਰੇ ਹੈ। ਭਲਾ ਮੇਰੇ ਤੇ ਕੀ ਅਸਰ ਹੈ? ਮੈਨੂੰ ਕੀ ਗਿਆਨ ਮਿਲ ਰਿਹਾ ਇਹਦੇ ਵਿੱਚੋਂ? ਇਹ ਤੇ ਰੱਬ ਦਾ ਗੁਣ ਹੈ। ਭਗਤ ਨੇ ਜੇ ਰੱਬ ਵਰਗਾ ਬਣਨਾ ਹੈ ਤੇ ਉਹਨੂੰ ਰੱਬ ਦਾ ਇਹ ਗੁਣ ਵੀ ਧਾਰਨ ਕਰਨਾ ਪਏਗਾ, ਅਕਾਲ ਮੂਰਤ। ਰੱਬ ਦਾ ਇਹ ਗੁਣ ਜੀਵਨ ਵਿੱਚ ਲਿਆਣਾ ਪਏਗਾ, ਤਾਂ ਹੀ ਤੇ ਰੱਬ ਵਰਗਾ ਹੋਏਗਾ। ਰੱਬ ਦਾ ਗੁਣ ਹੈ ਮੌਤ ਤੋਂ ਪਰੇ ਹੈ, ਔਰ ਅਸੀਂ ਜੀਵ ਤੇ ਪਲ ਪਲ ਮਰਦੇ ਹਾਂ। ਜਦੋਂ ਮੈਂ ਝੂਠ ਬੋਲਦਾ ਮੇਰੇ ਅੰਦਰੋਂ ਕੁਝ ਮਰ ਜਾਂਦਾ ਹੈ, ਪਰ ਸੱਚ ਬੋਲਦਾ ਮੈਂ ਜਿਉ ਪੈਣਾ, ਆਤਮਾ ਜਾਗ ਜਾਂਦੀ ਹੈ। ਜਦੋਂ ਮੈਂ ਬੈਠ ਕੇ ਨਿੰਦਿਆ ਚੁਗਲੀ ਕਰਦਾ ਹਾਂ ਮੇਰੀ ਜ਼ਮੀਰ ਮਰ ਜਾਂਦੀ ਹੈ। ਕਿਸੇ ਨੂੰ ਬੁਰਾ ਆਖਦਾ ਹਾਂ ਜ਼ਮੀਰ ਮਰ ਜਾਂਦੀ ਹੈ। ਪਰ ਜਦੋਂ ਮੈਂ ਸਿਫਤ ਸਲਾਹ ਕਰਦਾ ਹਾਂ ਮੈਂ ਜਿਉ ਉੱਠਦਾ ਹਾਂ। ਜਦੋਂ ਮੈਂ ਕਿਸੇ ਦੀ ਜੇਬ ਕੱਟਦਾ ਹਾਂ, ਕਿਸੇ ਗਰੀਬ ਦਾ ਹੱਕ ਮਾਰ ਕੇ ਘਰ ਲੈ ਕੇ ਆਉਣਾ, ਉਦੋਂ ਮੇਰੇ ਅੰਦਰ ਕੁਝ ਮਰ ਜਾਂਦਾ ਹੈ, ਮੇਰੀ ਮੌਤ ਹੋ ਜਾਂਦੀ ਹੈ। ਜਦੋਂ ਮੈਂ 10 ਨੋਹਾਂ ਦੀ ਕਿਰਤ ਕਰਕੇ ਘਰ ਲੈ ਕੇ ਆਣਾ, ਉਦੋਂ ਮੈਂ ਜਿਉਂ ਉੱਠਦਾ ਹਾਂ। ਜਦੋਂ ਮੈਂ ਪਾਪ, ਵਿਕਾਰ, ਗੁਨਾਹ, ਅਪਰਾਧ ਕਰਦਾ ਹਾਂ, ਉਦੋਂ ਆਤਮਿਕ ਮੌਤੇ ਮਰ ਜਾਂਦਾ ਹਾਂ। ਜਦੋਂ ਮੈਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦਾ ਹਾਂ, ਮੈਂ ਜਿਉਂ ਉੱਠਦਾ ਹਾਂ। ਆਹੀ ਜੀਵਨ ਹੈ। ਰੱਬ ਅਕਾਲ ਮੂਰਤ ਹੈ, ਉਹ ਮੌਤ ਦੇ ਅਧੀਨ ਨਹੀਂ। ਜਦੋਂ ਅਸੀਂ ਝੂਠ ਨਾਲ, ਨਿੰਦਿਆਂ ਨਾਲ, ਵਿਕਾਰਾਂ ਨਾਲ ਜੁੜ ਜਾਂਦੇ ਹਾਂ, ਅਸੀਂ ਆਤਮਿਕ ਮੌਤੇ ਮਰ ਜਾਂਦੇ ਹਾਂ। ਇਹ ਜੀਵ ਜਿਸ ਦਿਨ ਤੂੰ ਗੁਣਾਂ ਦੇ ਨਾਲ ਜੁੜ ਪਏਗਾ, ਉਸ ਦਿਨ ਜਿਉਂਦਾ ਹੋ ਜਾਏਗਾ। ਅਸਲ ਜੀਵਨ ਨਹੀਂ ਉਹ ਹੈ ਗੁਣਾਂ ਦੇ ਵਿੱਚ ਇੱਕਮਿਕ ਹੋ ਜਾਣਾ, ਉਹੀ ਜੀਵਨ ਹੈ। ਜਿਸ ਦਿਨ ਗੁਣ ਜੀਵਨ ਵਿੱਚ ਪੈਦਾ ਹੋ ਜਾਣ, ਰੱਬੀ ਸਿਫਤ ਤੋਂ ਸਲਾਹ ਜੀਵਨ ਦੇ ਵਿੱਚ ਪੈਦਾ ਹੋ ਜਾਏ, ਤੂੰ ਜਿਉਂ ਪਏਗਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਜੀਵਨ ਹੈ। ਕਦੀ ਸਿੱਧਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਸੁਮੇਰ ਪਰਬਤ ਦੇ ਉੱਪਰ, ਹੇ ਬਾਬਾ ਨਾਨਕ, ਇੰਨੀ ਛੋਟੀ ਤੁਹਾਡੀ ਆਯੂ, ਇੰਨੀ ਉਚਾਈ ਤੇ ਕਿਵੇਂ ਪਹੁੰਚ ਗਏ ਤੁਸੀਂ? ਜਿਸ ਉਚਾਈ ਤੇ ਅਸੀਂ ਨਹੀਂ ਪਹੁੰਚ ਸਕੇ, ਸਾਡੀ ਉਮਰ 100 ਸਾਲਾਂ ਤੋਂ ਵੀ ਟੱਪ ਗਈ ਹੈ, ਉਸ ਉਚਾਈ ਤੇ ਤੁਸੀਂ ਕਿਵੇਂ ਪਹੁੰਚ ਗਏ? ਹੁਣ ਉੱਥੇ ਗੱਲ ਸੁਮੇਰ ਪਰਬਤ ਤੇ ਚੜ੍ਹਨ ਦੀ ਨਹੀਂ ਸੀ,
क्योंकि सुमेर पर्वत ते चढ़न वास्ते साधना की लोड़ है। जिन्हां साधना के राही सिद्ध पहुंच गए, उन्हां साधना के राही गुरु नानक पातशाह भी पहुंच गए। पर एक होर उचाई है जिथे सिद्ध पहुंच नहीं सके। 100 साल तो ऊपर उम्र हो गई, पर गुरु नानक साहब पहुंच गए। उसी आत्मिक उचाई। हे बाबा नानक, आत्मिक उचाई ते किवें पहुंच गए? सानू भी दस, किहड़ी करामात दिखाई है तू? सिद्ध पुछण सुन बालिया, तो जग नू क्या करामात दिखाई? कुछ विखाले असां नो, तू क्यों ढिल अवे ही लाई? किहड़ी करामात दिखाई है दुनिया नू? किहड़ी उचाई ते पहुंच गए हैं? सानू भी दस। सिद्ध पुछण सुन बालिया, कौन शक्त तोहे इत्थे लियाई? कुछ विखाले असां नू, तू क्यों ढिल अवे ही लाई? किहड़ी शक्ति तेनू इन्नी उच्ची अवस्था ते ले आई है? सानू भी दस। तो गुरु नानक पातशाह आखदे ने, शक्ति एक नहीं, शक्तियां दो ने। पुछे किहड़ियां? सतगुरु पातशाह कहन लगे, एक है गुरमुख प्यारियां दी संगत, ते दूसरा है परमेश्वर जी का नाम। गुरमुखां दी संगत विच बैठ के रब्बी गुणां नाल जुड़े आ, उन्हां गुणां ने आत्मिक उचाई दी शिखर दे दित्ती। बाबा आखे नाथ जी, असां वेखे जोगी वस्त ना काई, गुरु संगत बाणी बिना दूजी ओट नहीं हराई। एक गुरु की संगत ते एक बाणी, ये दो ऐसियां शक्तियां ने जिन्हां ने सानू आत्मिक उचाई ते पहुंचा दिता है। साध संगत विच मिल बैठ के प्रभु दे गुणां नाल जुड़ना। याद रखियो, गुरमत दे विच साध संगत नू बड़ी महानता है। उहदा कारण मनुखी मन, इहदा एक सुभाव है, ये पंछी है। मनुखी मन वो पंछी है, जिहो जी टाणी ते बैठदे ओहो जे फल खान लग जाता है। मनुखी मन का सुभाव है, जिहो जे लोगों कोल बैठदा है ओहो जिहा रहन सहन इहदा हो जाता है, ओहो जे गुण धारण कर लैंदा है। कबीर मन पंखी पया उड उड दह दिस जाए, जो जैसी संगत मिले सो तैसो फल खाए। मन पंछी है, जिहो जे रुख ते बैठदा है ओहो जे फल खान लग जाता है। जिहो जी इस मन नू संगत मिल जाती है ओहो जे गुण ग्रहण कर लैंदा है। कदी केले ने रब नू उलामा दिता सी, मेरे प्रभु मैं की विगाड़िया किसे दा? आ मेरे नाल उगिया होया बेरी दा रुख, हवा चलती है, ये हवा विच झूमदा है, पर जिवें जिवें झूमदा है बेरी दे कंडे मेरे पत्तियां नू पछदे चले जांदे ने। बेरी दा रुख ते हवा विच खुशी विच झूमदा है, पर जिवें जिवें झूमदा है इहदियां टाहणियां मेरे पत्तियां नू आ वजदियां ने, इहदे कंडे मेरे पत्तियां नू चीरदे चले जांदे ने। भला मैं किसी दा की बिगाड़िया है? मैनू ये सजा क्यों? ते रब ने कहा सी, जिहड़ी तू इहदी संगत कीती है उहदा कुछ ना कुछ तो फल मिलना ही सी ना। तू संगत ही कंडियाले रुख दी कीती, हुण कुछ ना कुछ कंडे ते तेरी झोली च आने ही सन। कबीर मारी मरों कुसंग की, केले निकट जो बेर, वो झूलै वो चीरीए, साकत संग ना हेर। जिवें जिवें वो बेरी झूमदी है उवें उवें ਉਹਦੇ ਕੰਡੇ केले दे रुख दे पत्तियां नू पछदे चले जाते हैं, चीरते जाते हैं। वह झूला है, वह चीरी है, साकत संग ना हेर। ऐ मनुख साकत दी भुल के भी संगत ना करी, क्योंकि ਉਹਦੇ ਨਾਲ बैठिया कोई ना कोई तो गुण तू ग्रहण करेगा ही ना, ਉਹਦਾ कोई ना कोई तो सुभाव तेरे जीवन में आएगा ही आएगा। क्योंकि मन पंछी है, जिस रुख ते बैठदा वह फल खान लग जाता है, सुभावक ही खान लग जाता है। मनुख नू चित चेता ही नहीं हुंदा। मनमुखां दी संगत च सुभावक ही औगण जीवन में प्रगट हो जाते हैं, चित चेता ही नहीं हुंदा। ते गुरमुखां दी संगत दे विच गुण सुभावक प्रगट हो जाते हैं। अज जदों होलियां दे दिन आउंदे ने ना, होलियां दे दिनां दे विच ਜਿਹੜੇ बच्चे एक दूसरे ते रंग पाते हैं, ਜਿਹੜੇ लोग एक दूसरे ते रंग पाते हैं, उन्हां दा एक सुभाव बन जाता है। वो रंगे हुए कोशिश करते हैं भी कोई होर सुक्का ना रह जाए।
ਉਹਦੇ ਤੇ ਵੀ ਰੰਗ ਸੁੱਟਣ ਦਾ ਯਤਨ ਕਰਦੇ ਨੇ। ਰੰਗੇ ਦਾ ਸੁਭਾਅ ਦੂਜੇ ਨੂੰ ਰੰਗਣਾ ਚਾਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਬਚਨ ਕੀਤਾ, ਕਹਿਣ ਲੱਗੇ, ਉਹ ਸਿੱਖਾ, ਮੈਂ ਇਹਨਾਂ ਹੋਲੀ ਦੇ ਰੰਗ ਵਿੱਚ ਰੰਗਿਆਂ ਲੋਕਾਂ ਨੂੰ ਦੇਖਦਾ, ਇੱਕ ਦੂਜੇ ਤੇ ਰੰਗ ਸੁੱਟਦੇ ਨੇ, ਦੂਸਰਾ ਵੀ ਰੰਗਿਆ ਜਾਂਦਾ ਹੈ, ਪਰ ਦੂਜੇ ਦਿਨ ਇਸ਼ਨਾਨ ਕਰਦੇ ਨੇ, ਦੂਜੇ ਤੀਜੇ ਚੌਥੇ ਦਿਨ ਇਹਨਾਂ ਦੇ ਰੰਗ ਉਤਰ ਜਾਂਦੇ ਨੇ। ਤੂੰ ਸਾਧ ਸੰਗਤ ਵਿੱਚ ਆ ਜਾ, ਇੱਥੇ ਨਾਮ ਦੇ ਰੰਗੇ ਹੋਏ ਗੁਰਮੁਖ ਜੀਵ ਬੈਠੇ ਨੇ, ਇੱਥੇ ਰੰਗਿਆਂ ਹੋਇਆਂ ਦਾ ਕਾਫਲਾ ਹੈ। ਬਹੁਤ ਲੋਕ ਆਖਦੇ ਨੇ ਕਿ ਅਸੀਂ ਘਰ ਵਿੱਚ ਬੈਠ ਕੇ ਜੇ ਗੁਰਬਾਣੀ ਕਥਾ ਕੀਰਤਨ ਸੁਣਦੇ ਹਾਂ, ਬੜਾ ਆਨੰਦ ਬਣਿਆ, ਇਹੋ ਜਿਹੀ ਕਥਾ, ਇਹੋ ਜਿਹੀ ਵਿਚਾਰ, ਇਹੋ ਜਿਹਾ ਕੀਰਤਨ ਸਾਨੂੰ ਸਾਡੇ ਲੋਕਲ ਗੁਰਦੁਆਰਿਆਂ ਵਿੱਚ ਨਹੀਂ ਮਿਲਦਾ। ਇਹਦਾ ਮਤਲਬ ਤੇ ਕੰਦਰਸ ਹੀ ਹੋਇਆ ਨਾ ਫਿਰ। ਹਾਂ ਠੀਕ ਹੈ, ਗਿਆਨ ਗੁਰੂ ਦਾ ਉਹ ਮਹਾਨ ਹੈ, ਉਹ ਤੇ ਕੋਈ ਲੋਕਲ ਕੀਰਤਨੀ ਜਥਾ ਵੀ ਕੀਰਤਨ ਸ਼ਬਦ ਗਾਣਾ ਸ਼ੁਰੂ ਕਰ ਦੇ, ਉਸ ਸ਼ਬਦ ਵਿੱਚ ਵੀ ਉਹੀ ਗਿਆਨ ਹੈ ਜਿਹੜਾ ਗਿਆਨ ਵੱਡੀਆਂ ਸਟੇਜਾਂ ਦੇ ਉੱਪਰ ਕੀਰਤਨ ਗਾਇਆ ਜਾਂਦਾ ਹੈ। ਪਰ ਅਸੀਂ ਦੇਹਾਂ ਨਾਲ ਜੁੜੇ ਹਾਂ। ਉਹੀ ਸ਼ਬਦ ਆਮ ਰਾਗੀ ਪੜ੍ਹ ਜਾਏ, ਕੋਈ ਭੀੜਾਂ ਇਕੱਠੀਆਂ ਨਹੀਂ ਹੁੰਦੀਆਂ, ਉਹੀ ਸ਼ਬਦ ਇੱਕ ਵਿਸ਼ੇਸ਼ ਰਾਗੀ ਕਿਤੇ ਦੂਰੋਂ ਆ ਕੇ ਪੜ੍ਹ ਜਾਏ, ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ। ਇਹਦਾ ਮਤਲਬ ਸਰੀਰਾਂ ਨਾਲ ਜੁੜੇ ਹਾਂ, ਸ਼ਬਦ ਨਾਲ ਨਹੀਂ। ਸ਼ਬਦ ਤੇ ਉਹ ਵਿਸ਼ੇਸ਼ ਰਾਗੀ ਵੀ ਉਹੀ ਪੜ੍ਹ ਕੇ ਗਿਆ ਜਿਹੜਾ ਸਾਡੇ ਲੋਕਲ ਗੁਰਦੁਆਰੇ ਦੇ ਰਾਗੀ ਨੇ ਪੜ੍ਹਿਆ ਸੀ। ਇਹਦਾ ਮਤਲਬ ਸ਼ਬਦ ਨਾਲ ਪਿਆਰ ਨਹੀਂ, ਪਿਆਰ ਤੇ ਸਰੀਰ ਦੇ ਨਾਲ ਹੈ। ਉਹੀ ਸ਼ਬਦ ਦੇ ਵਿੱਚ ਅਸੀਂ ਝੂਮਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਇੱਕ ਵਿਸ਼ੇਸ਼ ਆਦਮੀ ਪੜ੍ਹ ਰਿਹਾ, ਹੁਣ ਆਮ ਨਹੀਂ ਪੜ੍ਹ ਰਿਹਾ, ਵਿਸ਼ੇਸ਼ ਰਾਗੀ ਪੜ੍ਹ ਰਿਹਾ, ਅਸੀਂ ਝੂਮਣਾ ਸ਼ੁਰੂ ਕਰ ਦਿੰਦੇ ਹਾਂ। ਉਹੀ ਸ਼ਬਦ ਜਦੋਂ ਲੋਕਲ ਗੁਰਦੁਆਰੇ ਦਾ ਕੀਰਤਨੀਆ ਪੜ੍ਹਦਾ, ਉਦੋਂ ਅਸੀਂ ਝੂਮਦੇ ਨਹੀਂ ਹਾਂ, ਕਿਉਂਕਿ ਉਸ ਸਰੀਰ ਦੇ ਨਾਲ ਸਾਡੀ ਅਟੈਚਮੈਂਟ ਨਹੀਂ ਹੈ। ਜਿਸ ਸਰੀਰ ਨਾਲ ਸਾਡਾ ਮੋਹ ਹੈ, ਅਸੀਂ ਉਹਦੇ ਸ਼ਬਦ ਨੂੰ ਸੁਣਦੇ ਹਾਂ, ਸ਼ਬਦ ਨਾਲ ਪਿਆਰ ਨਹੀਂ ਹੈ। ਦੂਸਰੀ ਗੱਲ, ਸਾਧ ਸੰਗਤ ਨਹੀਂ। ਮੈਂ ਹੈਰਾਨ ਹੋਇਆ ਔਰ ਖੁਸ਼ੀ ਵੀ ਹੋਈ। ਪੰਚਕੂਲਾ ਗਿਆ ਸਾਂ ਕਥਾ ਕਰਨ ਵਾਸਤੇ। ਉੱਥੇ ਦੇ ਜਿਹੜੇ ਗੁਰਮੁਖ ਪਿਆਰੇ ਸਨ, ਅਵਤਾਰ ਸਿੰਘ ਜੀ, ਉਹਨਾਂ ਨੇ ਘਰ ਨੂੰ ਗੁਰਦੁਆਰਾ ਬਣਾ ਰੱਖਿਆ। ਅੰਮ੍ਰਿਤ ਵੇਲੇ ਉੱਠ ਗਈ, ਉਹ ਟੀਵੀ ਦੇ ਉੱਪਰ ਹੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਨੇ, ਉਹਦੇ ਤੇ ਹੀ ਨਿਤਨੇਮ ਦਾ ਪਾਠ ਸੁਣਦੇ ਨੇ, ਉਹਦੇ ਤੇ ਹੀ ਕੀਰਤਨ ਸੁਣਦੇ ਨੇ। ਨਾਲ ਛਾਣੇ ਰੱਖੇ ਹੋਏ ਨੇ, ਜਦੋਂ ਸੰਗਤੀ ਰੂਪ ਵਿੱਚ ਕੀਰਤਨ ਗਾਇਆ ਜਾਂਦਾ, ਉਹ ਛਾਣੇ ਵੀ ਨਾਲ ਵਜਾਉਂਦੇ ਨੇ। ਤੇ ਉਹਨਾਂ ਕਿਹਾ ਸੀ ਇਹ ਗੱਲ, ਕਹਿਣ ਲੱਗੇ, ਇਹ ਜੋ ਗਿਆਨ ਹੈ ਨਾ ਕਥਾ ਦਾ, ਇਹ ਸਾਡੇ ਗੁਰਦੁਆਰਿਆਂ 'ਚ ਨਹੀਂ ਮਿਲਦਾ। ਹਾਂ, ਇਹ ਗੱਲ ਵੱਖਰੀ ਹੈ ਕਿ ਸ਼ਬਦ ਨੂੰ ਖੋਲ ਕੇ ਪੇਸ਼ ਕਰਨਾ, ਉਹਦੀ ਵਿਆਖਿਆ ਕਰਨੀ, ਇਹ ਆਮ ਗੁਰਦੁਆਰਿਆਂ 'ਚ ਸੰਭਵ ਨਹੀਂ। ਉਹਦਾ ਕਾਰਨ ਕੀ ਹੈ? ਕਾਰਨ ਵੀ ਸਮਝ ਲਓ। ਸਿੱਖ ਕੌਮ ਕੋਲ ਵਿਦਵਾਨਾਂ ਦੀ ਕਮੀ ਨਹੀਂ ਹੈ, ਵਿਦਵਾਨ ਬਹੁਤ ਨੇ, ਚੋਟੀ ਦੇ ਵਿਦਵਾਨ ਬੈਠੇ ਨੇ, ਪਰ ਜਿਹੜੇ ਲੋਕ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਨੇ, ਉਹ ਨਹੀਂ ਚਾਹੁੰਦੇ ਕਿ ਵਿਦਵਾਨ ਆਉਣ, ਚਾਹੁੰਦੇ ਨਹੀਂ ਹੈ। ਕਾਰਨ, ਉਹਦਾ ਕਾਰਨ, ਪਹਿਲਾ ਕਾਰਨ ਇਹ ਕਿ ਲੋਕ ਗਿਆਨਵਾਨ ਨਾ ਹੋ ਜਾਣ, ਲੋਕ ਸੂਝਵਾਨ ਹੋ ਜਾਣਗੇ, ਸਾਡੀ ਗੱਦੀ ਨੂੰ ਖਤਰਾ ਪੈ ਜਾਏਗਾ। ਦੂਸਰਾ ਕਾਰਨ ਇਹ ਹੈ ਕਿ ਵਿਦਵਾਨ ਗ੍ਰੰਥੀ ਕਥਾਵਾਚਕ ਨੂੰ ਰੱਖਣਾ ਹੋਵੇ, ਉਹਨੂੰ ਤਨਖਾਹ ਜ਼ਿਆਦਾ ਦੇਣੀ ਪਏਗੀ। ਦੂਜੇ ਪਾਸੇ ਦੂਜੀ ਚੌਥੀ ਫੇਲ, ਉਹ ਆਖਦਾ ਨਹੀਂ ਮੈਂ ਤੇ ਘੱਟ ਤੇ ਵੀ ਆ ਜਾਵਾਂਗਾ, ਉਹਨੂੰ ਆਂਦਾ ਕੁਛ ਨਹੀਂ ਹੈ। ਮੈਂ ਹੈਰਾਨ ਹੁੰਨਾ, ਅਨਪੜ੍ਹ ਉਪਦੇਸ਼ ਕਰ ਰਿਹਾ ਹੁੰਦਾ, ਡਾਕਟਰ, ਵਕੀਲ, ਇੰਜੀਨੀਅਰ, ਜੱਜ, ਪੜ੍ਹੇ ਲਿਖੇ ਸਾਹਮਣੇ ਬੈਠ ਕੇ ਸੁਣ ਰਹੇ ਹੁੰਦੇ ਨੇ, ਇੱਕ ਅਨਪੜ੍ਹ ਪੜ੍ਹੇ ਲਿਖਿਆਂ ਨੂੰ ਪੜ੍ਹਾ ਰਿਹਾ ਹੁੰਦਾ ਔਰ ਉਹ ਝੂਮ ਰਹੇ ਹੁੰਦੇ ਨੇ। ਕੀ ਕਰਨਾ? ਕਿਉਂਕਿ ਅਸੀਂ ਪੜ੍ਹੇ ਲਿਖੇ ਵਿਦਵਾਨਾਂ ਨੂੰ ਤਨਖਾਹ ਦੇਣ ਨੂੰ ਤਿਆਰ ਨਹੀਂ ਹਾਂ। ਗਿਆਨੀ ਮਾਨ ਸਿੰਘ ਜੀ ਝੋਰ ਹੋਰਾਂ ਨੂੰ ਇੰਗਲੈਂਡ ਦੇ ਵਿੱਚ ਕਦੀ ਕਿਸੇ ਨੇ ਸਵਾਲ ਕੀਤਾ ਸੀ, ਕਿਸੇ ਨੇ ਸਲਾਹ ਦਿੱਤੀ ਸੀ, ਪ੍ਰਬੰਧਕ ਨੇ, ਕਿ ਦੇਖੋ ਭਾਈ ਸਾਹਿਬ ਜੀ, ਬਜ਼ੁਰਗ ਹੋ ਗਏ ਹੋ ਤੁਸੀਂ, ਇੰਗਲੈਂਡ ਦੇ ਗੁਰਦੁਆਰਿਆਂ 'ਚ ਰੁਲਦੇ ਫਿਰਦੇ ਹੋ, ਬਦਬੂਦਾਰ ਚਾਦਰਾਂ ਸਰਾਣਿਆਂ ਬਿਸਤਰਿਆਂ ਦੇ ਵਿੱਚ ਰਹਿ ਰਹੇ ਹੋ, ਮਾਂ ਦੀਆਂ ਦਾਲਾਂ ਖਾ ਖਾ ਕੇ ਗੁਜ਼ਾਰਾ ਕਰ ਰਹੇ ਹੋ, ਸਰੀਰ ਤੁਹਾਡਾ ਰੋਗੀ ਹੋ ਚੁੱਕਿਆ ਹੈ, ਹਿੱਲਿਆ ਤੁਹਾਡੇ ਤੋਂ ਜਾਂਦਾ ਨਹੀਂ ਹੈ, ਔਰ ਐਡੇ ਵਿਦਵਾਨ ਹੋ ਚੋਟੀ ਦੇ ਕੌਮ ਦੇ, ਸਾਰੀ ਜ਼ਿੰਦਗੀ ਤੁਸੀਂ ਵਿਦਵਤਾ ਦੇ ਵਿੱਚ ਕੱਢ ਦਿੱਤੀ। ਕਿਤੇ ਪੰਜਾਬ ਜਾਓ, ਕਿਸੇ ਯੂਨੀਵਰਸਿਟੀ ਦੇ ਵਿੱਚ ਚੇਅਰ ਕਾਇਮ ਕਰੋ, ਉੱਥੇ ਆਪਣੇ ਵਰਗੇ ਝੋਰ ਪੈਦਾ ਕਰੋ, ਆਪਣਾ ਗਿਆਨ ਹੀ ਨਾ ਵੰਡੋ, ਤੁਹਾਡੇ ਵਰਗੇ ਝੋਰ ਵਿਦਵਾਨ ਪੈਦਾ ਹੋ ਜਾਣ। ਤੇ ਗਿਆਨੀ ਮਾਨ ਸਿੰਘ ਝੋਰ ਹੋਰਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਉਸ ਪ੍ਰਬੰਧਕ ਨੂੰ, ਕਹਿਣ ਲੱਗੇ, ਪ੍ਰਧਾਨ ਜੀ, ਸਿੱਖ ਕੌਮ ਨੂੰ ਝੋਰਾਂ ਦੀ ਲੋੜ ਨਹੀਂ ਹੈ।
मैं अपने वर्गे झोर पैदा कर देवांगा, ਗਿਆਨੀ ਮਾਨ ਸਿੰਘ ਝੋਰ ਮੇਰੇ ਵਰਗੇ ਕਈ ਹੋ ਸਕਦੇ ਨੇ, ਪਰ ਸਿੱਖ ਕੌਮ ਨੂੰ ਮਾਨ ਸਿੰਘ ਝੋਰਾਂ ਦੀ ਲੋੜ ਨਹੀਂ ਹੈ, ਕਿਉਂਕਿ ਝੋਰ ਤੇ ਅਨੇਕਾਂ ਹੀ ਤੁਰੇ ਫਿਰਦੇ ਨੇ, ਤੁਸੀਂ ਲੋਕ ਸੰਭਾਲ ਹੀ ਨਹੀਂ ਰਹੇ। ਅਨੇਕਾਂ ਮਾਨ ਸਿੰਘ ਝੋਰ ਤੁਰੇ ਫਿਰਦੇ ਨੇ, ਮੇਰੇ ਤੋਂ ਵੀ ਵਧੀਆ ਤੋਂ ਵਧੀਆ ਚੋਟੀ ਦੇ ਵਿਦਵਾਨ ਤੁਰੇ ਫਿਰਦੇ ਨੇ, ਪਰ ਸਾਂਭਣ ਵਾਲਾ ਕੋਈ ਨਹੀਂ ਹੈ। ਸਿੱਖ ਕੌਮ ਕੋਲ ਵਿਦਵਾਨਾਂ ਦੀ ਕਮੀ ਨਹੀਂ, ਪਰ ਜੇ ਪ੍ਰਬੰਧਕ ਚਾਹਣ ਉਹਨਾਂ ਨੂੰ ਯੋਗ ਤਨਖਾਹ ਦੇ ਕੇ ਗੁਰਦੁਆਰਿਆਂ 'ਚ ਰੱਖ ਸਕਦੇ ਨੇ, ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰ ਦਿੱਤੀ ਹੁੰਦੀ ਗੁਰਬਾਣੀ ਦੀ ਸਟੱਡੀ ਦੇ ਵਿੱਚ, ਇਤਿਹਾਸ ਦੀ ਖੋਜ ਦੇ ਵਿੱਚ, ਉਹ ਆਪਣਾ ਲਾਹਾ ਸਾਡੀ ਝੋਲੀ ਪਾ ਸਕਦੇ ਨੇ। ਪਰ ਫਿਰ ਵੀ ਸਾਧ ਸੰਗਤ ਤੇ ਕਰਨੀ ਪਏਗੀ। ਜਦੋਂ ਗੁਰਦੁਆਰਿਆਂ ਵਿੱਚ ਇਹੋ ਜਿਹੇ ਵਿਦਵਾਨ ਹੋਣਗੇ, ਸੁਭਾਵਕ ਗੁਰਮੁਖ ਜਨ ਗੁਰਦੁਆਰਿਆਂ ਵਿੱਚ ਵੀ ਜਾਣਗੇ, ਉਹਨਾਂ ਨੂੰ ਇਹ ਨੌਬਤ ਨਹੀਂ ਆਏਗੀ ਵੀ ਕਿ ਗੁਰਦੁਆਰੇ ਛੱਡਣੇ ਪੈ ਜਾਣ। ਉਹਨਾਂ ਨੂੰ ਨੌਬਤ ਤਾਂ ਹੀ ਆਉਂਦੀ ਹੈ। ਤੇ ਗੁਰਦੁਆਰਿਆਂ ਵਿੱਚ ਚੌਧਰ ਦਾ ਮਸਲਾ, ਚੌਧਰ ਦੀ ਲੜਾਈ ਜਿਹੜੀ ਹੈ, ਉਹ ਵੀ ਸੰਗਤਾਂ ਨੂੰ ਤੋੜ ਦਿੰਦੀ ਹੈ। ਇੱਕ ਵਾਰ ਲੜਾਈ ਹੋਈ ਦੋ ਚੌਧਰੀਆਂ ਦੇ ਵਿੱਚ, ਤੇ ਨਤੀਜਾ ਕੀ ਨਿਕਲਦਾ ਹੈ? ਇੱਕ ਹੋਰ ਗੁਰਦੁਆਰਾ ਪੈਦਾ ਹੋ ਜਾਂਦਾ ਹੈ। ਜੇ ਮੈਂ ਨਹੀਂ ਪ੍ਰਧਾਨ ਤੇ ਮੈਂ ਬਣ ਕੇ ਦਿਖਾਵਾਂਗਾ, ਭਾਵੇਂ ਮੈਨੂੰ ਨਵਾਂ ਗੁਰਦੁਆਰਾ ਕਿਉਂ ਨਾ ਖੋਲਣਾ ਪਏ, ਉਹ ਦੂਸਰਾ ਗੁਰਦੁਆਰਾ ਖੋਲ ਲੈਂਦਾ ਹੈ। ਨਤੀਜਾ ਨਿਕਲਦਾ ਹੈ ਉਸ ਇਲਾਕੇ ਵਿੱਚ ਗੁਰੂ ਨਾਨਕ ਦੀ ਸੰਗਤ ਦੋ ਟੁਕੜਿਆਂ 'ਚ ਵੰਡੀ ਜਾਂਦੀ ਹੈ। ਸੰਗਤ ਦੇ ਦੋ ਟੁਕੜੇ ਹੋ ਜਾਂਦੇ ਨੇ। ਪਰ ਇਹ ਕੁਝ ਹੋ ਰਿਹਾ ਹੈ। ਸੰਗਤ ਜ਼ਰੂਰੀ ਹੈ, ਕਿਉਂਕਿ ਸੰਗਤ ਵਿੱਚ ਰੰਗੇ ਹੋਏ ਆ ਕੇ ਬੈਠਦੇ ਨੇ। ਨਾਮ ਦੇ ਰੰਗ ਵਿੱਚ ਰੰਗਿਆ ਕੋਈ ਗੁਰਮੁਖ ਪਿਆਰਾ ਸੰਗਤ 'ਚ ਬੈਠਾ ਹੋਵੇ, ਉਹਦਾ ਸੁਭਾਅ ਉਹ ਦੂਜੇ ਨੂੰ ਵੀ ਸੁੱਕਾ ਨਹੀਂ ਜਾਣ ਦੇਗਾ। ਹੋ ਸਕਦਾ ਹੈ ਨਾਮ ਦੇ ਰੰਗ ਦੀ ਇੱਕ ਛਿੱਟ, ਇੱਕ ਬੂੰਦ ਸਾਡੇ ਉੱਪਰ ਵੀ ਸੁੱਟ ਦੇ, ਅਸੀਂ ਵੀ ਰੰਗੇ ਜਾਈਏ। आज हमारे बने फाग प्रभ संगी मिल खिलन लाग। ਅੱਜ ਮੇਰੇ ਜੀਵਨ ਦੇ ਵਿੱਚ ਫੱਗਣ ਮਹੀਨਾ ਆ ਗਿਆ, ਫੱਗਣ ਦੀ ਹੋਲੀ ਆ ਗਈ। ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜਦੋਂ ਮੈਂ ਗੁਰਮੁਖ ਜਨਾਂ ਦੀ ਸੰਗਤ ਕੀਤੀ, ਉਹਨਾਂ ਰੰਗੀਆਂ ਦੀ ਸੰਗਤ ਵਿੱਚ ਆ ਕੇ ਬੈਠਾ, ਉਹਨਾਂ ਰੰਗੀਆਂ ਨੇ ਮੈਨੂੰ ਵੀ ਸੁੱਕਾ ਨਹੀਂ ਜਾਣ ਦਿੱਤਾ, ਮੇਰੇ ਤੇ ਵੀ ਨਾਮ ਦਾ ਰੰਗ ਸੁੱਟ ਕੇ ਮੈਨੂੰ ਵੀ ਰੰਗ ਦਿੱਤਾ। ਇਸ ਕਰਕੇ ਸੰਗਤ ਵੀ ਜ਼ਰੂਰੀ ਹੈ। ਮਨੁੱਖਾ ਜੀਵਨ ਦਾ ਮਨੋਰਥ ਹੀ ਇਹ ਹੈ, ਸਾਧ ਸੰਗਤ ਵਿੱਚ ਬੈਠ ਕੇ ਨਾਮ ਨਾਲ ਜੁੜ ਜਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤੇਰੇ ਕਿਤੈ ਨਾ ਕਾਮ। ਹੁਣ ਇਹਦਾ ਅਰਥ ਕੀ ਹੈ? ਹੋਰ ਕੋਈ ਕੰਮ ਸਾਡੇ ਅਰਥ ਨਹੀਂ। ਫਿਰ ਬੱਚਿਆਂ ਨੂੰ ਨਾ ਤਿਆਰ ਕਰੀਏ, ਦੁਕਾਨਦਾਰੀ ਨਾ ਕਰੀਏ, ਕੰਮ ਕਰ ਛੱਡ ਦਈਏ ਕਰਨੇ, ਘਰ-ਬਾਰ ਸੰਭਾਲਣਾ ਬੰਦ ਕਰ ਦਈਏ, ਬਜ਼ੁਰਗ ਮਾਪਿਓ ਦੀ ਸੰਭਾਲ ਬੰਦ ਕਰ ਦਈਏ, ਬੱਚਿਆਂ ਨੂੰ ਨਾ ਸੰਭਾਲੀਏ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੁਣ ਇੱਥੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਦਾ ਅਰਥ ਦੁਨਿਆਵੀ ਕੰਮਾਂ ਨਾਲ ਨਹੀਂ ਹੈ, ਧਰਮ ਦੀ ਦੁਨੀਆ ਨਾਲ ਸੰਬੰਧਿਤ ਪੰਕਤੀ ਇਹ। ਇਹ ਮਨੁੱਖ ਰੱਬ ਨੂੰ ਮਿਲਣਾ ਤੇਰੇ ਜੀਵਨ ਦਾ ਮਨੋਰਥ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੱਬ ਨੂੰ ਮਿਲਣ ਦਾ ਸਮੇਂ, ਪਰ ਇੰਨਾ ਯਾਦ ਰੱਖੀ, ਰੱਬ ਨੇ ਤੀਰਥਾਂ ਦੇ ਇਸ਼ਨਾਨ ਨਾਲ ਨਹੀਂ ਮਿਲਣਾ, ਰੱਬ ਨੇ ਜੰਗਲਾਂ ਪਹਾੜਾਂ 'ਚ ਬਹਿ ਕੇ ਤਪ ਕੀਤਿਆਂ ਨਹੀਂ ਮਿਲਣਾ, ਰੱਬ ਨੇ ਪੁੱਠਾ ਲਟਕਿਆ ਨਹੀਂ ਮਿਲਣਾ, ਵਰਤ ਰੱਖਿਆ ਨਹੀਂ ਮਿਲਣਾ। ਜਿਹੜੇ ਧਰਮ ਦੇ ਨਾਂ ਤੇ ਹੋਰ ਮਿੱਥੇ ਹੋਏ ਕਰਮ ਕਾਂਡ ਨੇ, ਉਹਨਾਂ ਨਾਲ ਰੱਬ ਨੇ ਨਹੀਂ ਮਿਲਣਾ। ਮੈਂ ਤਾਂ ਉਹਨਾਂ ਪਿੱਛੇ ਤੁਰ ਪਏ ਫਿਰ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਧਰਮ ਦੇ ਮਿੱਥੇ ਹੋਏ ਕਰਮ ਕਾਂਡਾਂ ਦੇ ਨਾਲ ਰੱਬ ਨੇ ਕਦੀ ਨਹੀਂ ਮਿਲਣਾ। ਹਾਂ, ਇੱਕ ਹੀ ਕਰਮ ਮਿਲਾ ਸਕਦਾ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ 'ਚ ਬੈਠ ਕੇ ਰੱਬੀ ਯਾਦ ਵਿੱਚ ਜੁੜ ਜਾ, ਹੋਰ ਕੋਈ ਕਰਮ ਧਰਮ ਨਹੀਂ ਮਿਲਾ ਸਕਦਾ। ਇਹੀ ਅੱਜ ਦੇ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਓ। ਜੀਵਨਾ ਹਰ ਜੀਵਨਾ, ਇਹੀ ਜੀਵਨ ਹੈ ਹਰੀ ਨਾਲ ਜੁੜ ਕੇ ਜਿਉਣਾ। ਜੀਵਨ ਹਰ ਜਪ ਸਾਧ ਸੰਗ। ਜੇ ਆਤਮਿਕ ਜੀਵਨ ਹਾਸਲ ਕਰਨਾ ਚਾਹੁੰਦਾ ਹੈ, ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਰੱਬ ਨਾਲ ਜੁੜ ਜਾਈ। ਰੰਗਿਆਂ ਹੋਇਆਂ ਦੀ ਸੰਗਤ ਕਰਨ ਲਈ ਕੋਈ ਰੰਗਿਆ ਤੇਰੇ ਜੀਵਨ ਨੂੰ ਵੀ ਰੰਗ ਦੇਗਾ, ਤੇਰੇ ਜੀਵਨ ਨੂੰ ਤਬਦੀਲ ਕਰ ਦੇਗਾ। ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਈ ਸਚ ਭੋਜਨ ਖਾਇਆ। ਮਨੁੱਖ ਦੀ ਜ਼ਿੰਦਗੀ ਦੀ ਦੌੜ ਹੀ ਇਹ ਹੈ, ਤ੍ਰਿਪਤੀ ਮਿਲ ਜਾਏ।
ਰੱਜ ਮਿਲ ਜਾਏ, ਆਤਮਿਕ ਤੌਰ ਤੇ ਤ੍ਰਿਪਤ ਹੋ ਜਾਵਾਂ। ਤ੍ਰਿਪਤੀ ਦੇ ਜੀਵਨ ਵਿੱਚ ਆ ਨਹੀਂ ਰਹੀ, ਕਿਉਂਕਿ ਮੂਲਕ ਰੂਪ ਦੇ ਵਿੱਚ ਮਨੁੱਖ ਭੁੱਖਾ ਹੈ। ਮੂਲ ਤੋਂ ਹੀ, ਜੜ ਤੋਂ ਹੀ ਭੁੱਖ ਹੈ। ਜਿਸ ਦਿਨ ਬੱਚੇ ਨੇ ਜਨਮ ਲਿਆ, ਚੀਕ ਮਾਰੀ, ਰੋਇਆ, ਪਿਤਾ ਦੌੜਿਆ ਆਇਆ, ਨਵ ਜਨਮਿਆ ਬੱਚਾ ਉਸ ਬੱਚੇ ਨੂੰ ਕਹਿਣ ਲੱਗਾ, ਤੂੰ ਰੋ ਨਾ। ਰੋਂਦਾ ਕਿਉਂ ਹੈ? ਤੈਨੂੰ ਮੈਂ ਬਹੁਤ ਸਾਰੀ ਮਾਇਆ ਦੇਵਾਂਗਾ, ਤੂੰ ਰੋ ਨਾ। ਧਨ ਦੌਲਤ ਦੇਵਾਂਗਾ, ਸੋਨੇ ਚਾਂਦੀ ਦੀਆਂ ਮੋਹਰਾਂ ਦੇਵਾਂਗਾ, ਤੂੰ ਰੋ ਨਾ। ਬੱਚਾ ਰੋ ਰਿਹਾ ਹੈ। ਪਿਤਾ ਆਖਦਾ, ਤੈਨੂੰ ਹੀਰੇ ਜਵਾਹਰਾਤ ਦੇ ਦੇਣਾ ਕੱਢ ਕੇ, ਤੂੰ ਰੋਂਦਾ ਕਿਉਂ ਹੈ? ਰੋ ਨਾ। ਬੱਚਾ ਫਿਰ ਵੀ ਰੋ ਰਿਹਾ ਹੈ। ਪਿਤਾ ਆਖਦਾ, ਚੱਲ ਰੋ ਨਾ, ਇਹ ਕੋਠੀ ਤੇਰੇ ਨਾਲ ਲਿਖ ਦੇਣਾ, ਸਾਰੀ ਜ਼ਮੀਨ ਤੇਰੇ ਨਾਮ ਲਿਖ ਦੇਣਾ, ਤੂੰ ਰੋ ਨਾ। ਰੋਂਦਾ ਕਿਉਂ ਹੈ? ਬੱਚਾ ਫਿਰ ਵੀ ਚੁੱਪ ਨਾ ਕੀਤਾ। ਮਾਂ ਹੱਸ ਪਈ, ਕਹਿਣ ਲੱਗੀ, ਇਹਨੂੰ ਤੇਰੀ ਕਾਰ ਕੋਠੀ ਦੀ ਲੋੜ ਨਹੀਂ ਹੈ, ਇਹਨੂੰ ਤੇਰੇ ਸੋਨੇ ਚਾਂਦੀ ਹੀਰਿਆਂ ਮੋਤੀਆਂ ਦੀ ਲੋੜ ਨਹੀਂ ਹੈ। ਪੁੱਛਿਆ, ਫਿਰ ਰੋਂਦਾ ਕਿਉਂ ਹੈ? ਕਹਿਣ ਲੱਗੀ, ਇਹਨੂੰ ਪੀਣ ਵਾਸਤੇ ਦੁੱਧ ਚਾਹੀਦਾ ਹੈ, ਹੋਰ ਕੁਛ ਨਹੀਂ ਚਾਹੀਦਾ। ਮਾਂ ਵੀ ਨਹੀਂ ਚਾਹੀਦੀ, ਮਾਂ ਦਾ ਨੰਬਰ ਵੀ ਦੂਸਰੇ ਨੰਬਰ ਤੇ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾ ਪਿਆਰ ਤੇ ਸਿਰਫ ਦੁੱਧ ਦੇ ਨਾਲ ਹੈ, ਹੋਰ ਕੁਛ ਵੀ ਨਹੀਂ ਚਾਹੀਦਾ। ਨਾ ਧਨ ਦੌਲਤ ਨਾਲ ਮੋਹ, ਨਾ ਜ਼ਮੀਨ ਜਾਇਦਾਦ ਨਾਲ ਮੋਹ। ਮਾਂ ਤੇ ਪਿਓ ਦੀ ਸੁੱਧ ਬੁੱਧ ਵੀ ਦੂਸਰੇ ਨੰਬਰ ਤੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਇਹਨੂੰ ਪੀਣ ਨੂੰ ਦੁੱਧ ਚਾਹੀਦਾ ਹੈ। ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਸਾਰ ਸੰਭਾਲ ਮਾਤਾ ਮੁਖ ਨੀਰੇ, ਤਬ ਉਹ ਤ੍ਰਿਪਤ ਅਘਾਈ। ਆਇਆ ਸੀ ਜੀਵ ਜਗਤ ਤੇ ਇੱਕ ਭੁੱਖ ਲੈ ਕੇ ਆਇਆ ਸੀ, ਦੁੱਧ ਮਿਲ ਜਾਏ ਪੀਣ ਨੂੰ। ਸਿਰਫ ਇੱਕ ਭੁੱਖ ਸੀ ਸਰੀਰ ਦੀ, ਇੱਕ ਭੁੱਖ ਲੈ ਕੇ ਆਇਆ ਔਰ ਦੁੱਧ ਮਿਲ ਗਿਆ ਪੀਣ ਵਾਸਤੇ। ਰੱਜਿਆ ਨਹੀਂ, ਇੱਕ ਭੁੱਖ ਹੋਰ ਪੈਦਾ ਹੋ ਗਈ। ਹਰ ਵਕਤ ਮਾਂ ਮੇਰੇ ਨੇੜੇ ਚਾਹੀਦੀ ਹੈ। ਮਾਂ ਜਰਾ ਕੁਝ ਨਾ ਛੱਡ ਕੇ ਜਾਂਦੀ ਹੈ, ਰੋ ਪੈਂਦਾ ਹੈ। ਹੁਣ ਦੁੱਧ ਦੇ ਨਾਲ ਨਾਲ ਮਾਂ ਦੀ ਗੋਦ ਵੀ ਚਾਹੀਦੀ ਹੈ। ਜਿਵੇਂ ਜਿਵੇਂ ਹੋਸ਼ ਆਈ, ਸਮਝ ਪਈ, ਪਿਤਾ ਦੀ ਸਮਝ ਆਈ, ਫਿਰ ਆਖਦਾ, ਨਹੀਂ ਚਾਚੇ ਕੋਲ ਨਹੀਂ ਜਾਣਾ, ਤਾਏ ਕੋਲ ਨਹੀਂ, ਪਿਤਾ ਕੋਲ ਜਾਣਾ। ਫਿਰ ਪਿਤਾ ਦੀ ਗੋਦ ਚ ਆਉਣ ਲੱਗ ਪਿਆ। ਫਿਰ ਪਿਤਾ ਦਾ ਪਿਆਰ, ਉਹਦੀ ਭੁੱਖ, ਚਲਦਿਆਂ ਚਲਦਿਆਂ ਫਿਰ ਚਾਚੇ ਤਾਏ, ਫਿਰ ਮਾਮੇ ਮਾਸੀਆਂ। ਉਸ ਤੋਂ ਬਾਅਦ ਅਗਲੀ ਭੁੱਖ, ਖਿਡੌਣੇ ਚਾਹੀਦੇ ਨੇ। ਖੋ ਕੇ ਦੇਖੋ ਖਿਡੌਣੇ ਨੂੰ, ਬੱਚੇ ਤੋਂ ਰੋਣਾ ਸ਼ੁਰੂ ਕਰ ਦਿੰਦਾ ਹੈ। ਹੁਣ ਖਿਡੌਣਿਆਂ ਦੀ ਭੁੱਖ ਵੀ ਪੈਦਾ ਹੋ ਗਈ। ਫਿਰ ਖਾਣ ਪੀਣ ਦੀ ਭੁੱਖ, ਮੈਂ ਤੇ ਆਹ ਚੀਜ਼ ਖਾਣੀ ਹੈ। ਜਿਵੇਂ ਜਿਵੇਂ ਵੱਡਾ ਹੋ ਰਿਹਾ ਹੈ, ਉਵੇਂ ਉਵੇਂ ਆਖਦਾ, ਨਹੀਂ ਰੋਟੀ ਸਬਜ਼ੀ ਨਹੀਂ ਖਾਣੀ, ਚਾਕਲੇਟ ਖਵਾ ਦਿਓ, ਆਈਸਕ੍ਰੀਮ ਖਵਾ ਦਿਓ। ਖਾਣ ਦੀ ਭੁੱਖ ਵੀ ਸ਼ੁਰੂ ਹੋ ਗਈ। ਮੈਂ ਤੇ ਆਹ ਖਾਣਾ, ਆਹ ਨਹੀਂ ਖਾਣਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉਬੇ ਸਾ, ਦਸਵੇਂ ਦੱਦਾ ਹੋਵਾ ਸਵਾ। ਗਏ ਸੀ ਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੁਆ ਨਾਉ, ਪਿੱਛੇ ਪੱਤਲ ਸਦਿਓ ਕਾਮ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਜਗਤ ਵਿੱਚ ਆਇਆ, ਇੱਕ ਭੁੱਖ ਲੈ ਕੇ ਆਇਆ, ਪੀਣ ਨੂੰ ਦੁੱਧ ਮਿਲ ਜਾਏ। ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਭੁੱਖਾਂ ਵੱਧਦੀਆਂ ਚਲੀਆਂ ਗਈਆਂ। ਆਇਆ ਸੀ ਬਿਲਕੁਲ ਖਾਲੀ ਹੱਥ, ਪਰ ਜਗਤ ਵਿੱਚ ਆ ਕੇ ਇੰਨੇ ਪਦਾਰਥ ਇਕੱਠੇ ਕਰ ਲਏ ਕਿ ਹੱਥਾਂ 'ਚ ਚੁੱਕੇ ਹੀ ਨਹੀਂ ਜਾਂਦੇ, ਹੱਥ ਭਰੇ ਗਏ। ਇਹਨੂੰ ਪੁੱਛੋ, ਤੂੰ ਰੱਜ ਗਿਆ ਹੋਣਾ? ਬਚਪਨ ਵੀ ਗੁਜ਼ਰ ਗਿਆ ਪਦਾਰਥ ਇਕੱਠੇ ਕਰਦਿਆਂ, ਜਵਾਨੀ ਵੀ ਲੰਘ ਗਈ, ਬੁਢਾਪਾ ਵੀ ਆ ਗਿਆ। ਬੁਢਾਪੇ ਤੱਕ ਆਂਦਿਆਂ ਇਹਨੂੰ ਪੁੱਛੋ, ਤੂੰ ਰੱਜ ਗਿਆ ਹੋਣਾ? ਇੰਨੀ ਜ਼ਮੀਨ, ਇੰਨੀ ਜਾਇਦਾਦ ਜੋੜ ਲਈ, ਇੰਨਾ ਬੈਂਕ ਬੈਲੈਂਸ ਜੋੜ ਲਿਆ, ਧੀਆਂ ਪੁੱਤਰ ਵਿਆਹ ਲਏ, ਹੁਣ ਤੂੰ ਰੱਜ ਗਿਆ ਹੋਣਾ? ਕਿਸੇ ਚੀਜ਼ ਦੀ ਕਮੀ ਨਹੀਂ। ਨਹੀਂ, ਆਇਆ ਸੀ ਇੱਕ ਭੁੱਖ ਲੈ ਕੇ, ਜਾਣ ਲੱਗਿਆਂ ਹਜ਼ਾਰ ਭੁੱਖਾਂ ਲੈ ਕੇ ਤੁਰਿਆ। ਇਹਨੂੰ ਕਹੋ, ਦੇਖ 100 ਸਾਲ ਦੀ ਉਮਰ ਹੋ ਗਈ, ਜੀਵਨ ਦੇ ਰੰਗ ਤਮਾਸ਼ੇ ਦੇਖ ਦੇਖ ਕੇ, ਸੁੰਦਰ ਨਜ਼ਾਰੇ ਦੇਖ ਦੇਖ ਕੇ, ਸੁੰਦਰ ਦ੍ਰਿਸ਼ਟ ਰੰਗ ਦੇਖ ਦੇਖ ਕੇ ਤੇਰੀਆਂ ਅੱਖਾਂ ਰੱਜ ਗਈਆਂ ਹੋਣਗੀਆਂ, ਹੁਣ ਵਾਪਸ ਕਰ ਦੇ। ਨਹੀਂ ਨਹੀਂ, ਮਰਦਿਆਂ ਮਰਦਿਆਂ ਵੀ ਕਹਿੰਦਾ ਕਰਦਿਆਂ ਨੂੰ ਕਿ ਚਿੱਟਾ ਮੋਤੀਆ ਉਤਰਿਆ, ਸਰਜਰੀ ਕਰਾ ਦਿਓ, 4 ਦਿਨ ਹੋਰ ਦੁਨੀਆ ਦੇਖਦਾ ਜਾਵਾਂ। ਅੱਖਾਂ ਰੱਜੀਆਂ ਨਹੀਂ ਹੈ।
ਇਹਨੂੰ ਕਹੋ ਵੀ ਦੁਨੀਆ ਭਰ ਦੇ ਗੀਤ ਸੰਗੀਤ ਸੁਣੇ, ਨਾਚ ਗਾਣੇ ਹਾਸੇ ਸੁਣੇ, ਰੱਜ ਗਏ ਹੋਣਗੇ ਤੇਰੇ ਕੰਨ ਦੁਨੀਆ ਦੇ ਸੰਗੀਤ ਸੁਣ ਸੁਣ ਕੇ। ਚੱਲ ਤੂੰ ਕੰਨ ਵਾਪਸ ਕਰ ਦੇ। ਨਹੀਂ ਕੰਨਾਂ ਦੀ ਸ਼ਕਤੀ ਘਟ ਜਾਏ, ਮਰਦਿਆਂ ਮਰਦਿਆਂ ਵੀ ਕਹਿੰਦਾ ਨਹੀਂ ਕੰਨਾਂ 'ਚ ਮਸ਼ੀਨ ਲਵਾ ਦਿਓ, ਮੈਂ 4 ਦਿਨ ਹੋਰ ਸੁਣਨਾ ਚਾਹੁੰਦਾ, ਅਜੇ ਤੇ ਮੈਂ ਹਾਸੇ ਸੁਣਨੇ ਨੇ, ਆਪਣੇ ਪੋਤਰੇ ਦੇ ਵਿਆਹ ਦੇ ਹਾਸੇ ਸੁਣਨੇ ਨੇ, ਅਜੇ ਤੇ ਮੈਂ ਪੜਪੋਤੇ ਦੇ ਜਨਮ ਦੀਆਂ ਰੋਣ ਦੀਆਂ ਆਵਾਜ਼ਾਂ ਸੁਣਨੀਆਂ ਨੇ, ਅਜੇ ਤੇ ਆਪਣੀ ਸਿਫਤ ਸੁਣਨੀ ਹੈ, ਅਜੇ ਗਵਾਂਢੀਆਂ ਦੀ ਨਿੰਦਾ ਸੁਣਨੀ ਹੈ। ਰੱਜੇ ਥੋੜੇ ਆ ਕੰਨ, ਅਜੇ ਵੀ ਸੁਣਨਾ ਚਾਹੁੰਦਾ ਹੈ। ਇਹਨੂੰ ਕਹੋ ਵੀ ਦੁਨੀਆ ਦੇ ਭੋਜਨ ਪਦਾਰਥ ਲਜ਼ੀਜ਼ ਪਕਵਾਨ ਖਾ ਖਾ ਕੇ ਜੀਭ ਰੱਜ ਗਈ ਹੋਏਗੀ। ਆਖਦਾ ਨਹੀਂ, ਮਰਦਿਆਂ ਮਰਦਿਆਂ ਵੀ ਕਹਿੰਦਾ ਮੈਨੂੰ ਫਲਾਣੀ ਚੀਜ਼ ਬਣਾ ਕੇ ਖਵਾ ਦਿਓ। ਨਾ ਨੱਕ ਰੱਜਿਆ ਸੁਗੰਧੀਆਂ ਲੈ ਲੈ ਕੇ, ਨਾ ਜੀਭ ਰੱਜੀ ਸਵਾਦ ਚੱਕ ਚੱਕ ਕੇ, ਨਾ ਕੰਨ ਰੱਜੇ ਆਵਾਜ਼ਾਂ ਸੁਣ ਕੇ, ਨਾ ਅੱਖਾਂ ਰੱਜੀਆਂ। ਫਿਰ ਰੱਜ ਕਾਹਦਾ ਹੋਇਆ? ਭੁੱਖਾ ਹੀ ਰਿਹਾ ਨਾ। ਇਹਨੂੰ ਕਹੋ 100 ਸਾਲ ਦੀ ਉਮਰ ਹੋ ਗਈ, ਜੀ ਕੇ ਰੱਜ ਗਿਆ ਹੋਣਾ, ਕਿਉਂਕਿ ਉਹੀ ਬੇਹੀ ਤਰਬੇਹੀ ਜ਼ਿੰਦਗੀ, ਉਹੀ ਘਰ, ਉਹੀ ਦਫ਼ਤਰ, ਉਹੀ ਰਿਸ਼ਤੇਦਾਰ, ਉਹੀ ਆਂਢ ਗੁਆਂਢ, ਉਹੀ ਗਲੀ ਮੁਹੱਲਾ, ਉਹੀ ਜ਼ਿੰਦਗੀ, ਉਹੀ ਪੁਰਾਣੇ ਖੇਡ ਖਿਡੌਣੇ। ਇਹਨਾਂ ਪੁਰਾਣੇ ਖਿਡੌਣਿਆਂ ਨਾਲ ਖੇਡ ਖੇਡ ਕੇ ਬੋਰ ਹੋ ਗਿਆ ਹੋਣਾ, ਬੜਾ ਜੀ ਲਿਆ ਹੋਣਾ ਰੱਜ ਕੇ। ਹੁਣ ਜਾਣਾ ਚਾਹੁੰਦਾ ਹੈ? ਆਖਦਾ ਨਹੀਂ। ਮਰਦਿਆਂ ਮਰਦਿਆਂ ਵੀ ਕਹਿੰਦਾ ਵੀ ਸਰਜਰੀ ਕਰਾ ਦਿਓ, ਮੈਂ ਹੋਰ ਜਿਉ ਲਵਾਂ, ਆਕਸੀਜਨ ਨਹੀਂ ਲਵਾ ਦਿਓ, ਮੈਂ 4 ਦਿਨ ਹੋਰ ਜਿਉ ਲਵਾਂ। ਰੱਜਿਆ ਨਹੀਂ ਹੈ। ਆਖਦੇ ਮਰਦਿਆਂ ਮਰਦਿਆਂ ਵੀ। ਉਦਾਲਿਕ ਦੀ ਜਦੋਂ ਮੌਤ ਆਈ ਸੀ ਤੇ ਉਦਾਲਿਕ ਘਬਰਾ ਗਿਆ। 100 ਸਾਲ ਦੀ ਉਹਦੀ ਉਮਰ ਸੀ। ਕਹਿਣ ਲੱਗਾ ਹੁਣੇ ਨਾਲ ਹੀ ਮੌਤ ਆ ਗਈ। ਮੌਤ ਆਖਦੀ ਮੈਂ ਤੇ ਲੈਣ ਆਈ ਹਾਂ, ਜਾਂ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜ। ਉਹਨੇ ਆਪਣੀ ਪਤਨੀ ਨੂੰ ਕਿਹਾ ਤੂੰ ਚਲੀ ਜਾ, ਮੰਨੀ ਨਹੀਂ। ਵੱਡੇ ਪੁੱਤਰ ਨੂੰ ਕਿਹਾ ਤੂੰ ਚਲਾ ਜਾ, ਮੰਨਿਆ ਨਹੀਂ। ਪਿਤਾ ਜੇ ਤੂੰ 100 ਸਾਲ ਜੀ ਕੇ ਨਹੀਂ ਰੱਜਿਆ, ਅਸੀਂ ਤੇ ਜੇ ਨੌਜਵਾਨ ਹਾਂ, ਅਸੀਂ ਕਿਵੇਂ ਰੱਜ ਜਾਵਾਂਗੇ। ਉਸ ਤੋਂ ਛੋਟੇ ਪੁੱਤਰ ਨੂੰ ਕਿਹਾ, ਉਹ ਨਹੀਂ ਮੰਨਿਆ। ਸਭ ਤੋਂ ਛੋਟਾ ਜਿਹੜਾ ਸੀ ਬੱਚਾ ਸੀ, ਉਹ ਆਖਦਾ ਮੈਂ ਜਾਣ ਨੂੰ ਤਿਆਰ ਹਾਂ। ਉਹਦਾ ਨਾਂ ਸੀ ਨਚਿਕੇਤਾ। ਜਦੋਂ ਕਠੋਪਨਿਸ਼ਦ ਪੜ੍ਹੋ ਨਾ, ਉਹਦੇ ਵਿੱਚ ਸਾਰੀ ਕਹਾਣੀ ਦਾ ਜ਼ਿਕਰ ਆਉਂਦਾ। ਮੌਤ ਨਾਲ ਸੰਬੰਧਿਤ ਕਹਾਣੀ ਹੈ, ਬੜੀ ਜ਼ਬਰਦਸਤ ਹੈ। ਨਚਿਕੇਤਾ ਤੇ ਯਮ ਦੀ ਗੱਲਬਾਤ ਹੈ, ਮੌਤ ਦੀ। ਉਦੋਂ ਮੌਤ ਨੇ ਨਚਿਕੇਤਾ ਨੂੰ ਕਿਹਾ ਸੀ ਵੀ ਤੂੰ ਕਿਉਂ ਜਾਣ ਲਈ ਤਿਆਰ ਹੈ? ਤੇਰਾ ਪਿਓ 100 ਸਾਲ ਦਾ ਬਜ਼ੁਰਗ ਹੋ ਗਿਆ, ਉਹ ਜਾਣ ਨੂੰ ਤਿਆਰ ਨਹੀਂ, ਤੂੰ ਕਿਉਂ ਜਾਣ ਨੂੰ ਤਿਆਰ ਹੈ? ਉਹ ਆਖਦਾ ਇਸ ਕਰਕੇ ਮੈਨੂੰ ਸਮਝ ਪੈ ਗਈ ਕਿ ਲੋਕ ਤੇ 100 ਸਾਲ ਜੀ ਕੇ ਵੀ ਨਹੀਂ ਰੱਜਦੇ, ਫਿਰ ਮੈਂ ਕਾਹਨੂੰ 100 ਸਾਲ ਜਿਉਣੇ। ਆਖਰ ਰੱਜਣਾ ਤੇ ਮੈਂ ਵੀ ਨਹੀਂ ਆ, ਕਿਉਂ 100 ਸਾਲ ਜਾਇਆ ਕਰਨੇ, ਕਿਉਂ ਵਿਅਰਥ ਕਰਨੇ 100 ਸਾਲ। ਮੈਂ ਹੁਣੇ ਜਾਣ ਨੂੰ ਤਿਆਰ ਹਾਂ। 100 ਸਾਲ ਵੀ ਕਾਹਨੂੰ ਗਵਾਣੇ। ਜੇ 100 ਸਾਲ ਜਿਉਂ ਕੇ ਵੀ ਕੋਈ ਰੱਜਦਾ ਨਹੀਂ ਹੈ, ਫਿਰ ਭਲਾ ਮੈਂ 100 ਸਾਲ ਕਿਉਂ ਵਿਅਰਥ ਗਵਾਵਾਂ। ਮੇਰਾ ਪਿਓ ਨਹੀਂ ਰੱਜਿਆ, ਮੈਂ ਕਿਵੇਂ ਰੱਜਾਂਗਾ। ਇਸ ਕਰਕੇ ਮੈਂ ਹੁਣੇ ਹੀ ਜਾਣ ਨੂੰ ਤਿਆਰ ਹਾਂ ਇਸ ਜਗਤ ਤੋਂ। ਜਿੱਥੇ ਰਾਜੀ ਨਹੀਂ, ਉੱਥੇ ਰਹਿਣ ਦਾ ਫਾਇਦਾ ਹੀ ਕੀ ਹੈ। ਬੜੀ ਲੰਮੀ ਚੌੜੀ ਕਹਾਣੀ ਉਹ। ਮਨੁੱਖ ਨੂੰ ਕਹੋ ਤੂੰ ਜੀ ਕੇ ਰੱਜ ਗਿਆ ਹੋਣਾ, ਚੱਲੀਏ, ਉਹ ਕਹੇਗਾ ਨਹੀਂ ਨਹੀਂ ਅਜੇ ਰੱਜਿਆ ਨਹੀਂ ਆ। ਮਰਦਿਆਂ ਮਰਦਿਆਂ ਵੀ ਕਹਿੰਦਾ ਆਪਰੇਸ਼ਨ ਕਰਾ ਦਿਓ, ਆਕਸੀਜਨ ਲਵਾ ਦਿਓ, 4 ਦਿਨ ਹੋਰ ਕੱਢ ਜਾਵਾਂ। ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਭਾਈ ਗੁਰਦਾਸ ਕਹਿਣ ਲੱਗੇ ਗੱਲ ਹੀ ਮੁਕਾਓ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿਰਾਸੇ। ਰੱਜ ਕੇ ਕੋਈ ਜਿਉ ਹੀ ਨਹੀਂ ਸਕਿਆ। ਕਦੀ ਨਹੀਂ ਕਿਸੇ ਨੇ ਸੰਤੁਸ਼ਟੀ ਨਾਲ ਕਿਹਾ ਮੈਂ ਜੀ ਜੀ ਕੇ ਰੱਜ ਗਿਆ, ਹੁਣ ਬਿਲਕੁਲ ਗਠੜੀ ਤਿਆਰ ਹੈ, ਬੰਨੀ ਪਈ ਹੈ, ਉਡੀਕ ਕਰ ਰਿਹਾ ਕਦੋਂ ਗੱਡੀ ਪਲੇਟਫਾਰਮ ਤੇ ਆਵੇ, ਮੈਂ ਚੜ੍ਹ ਜਾਵਾਂ। ਲੋਕ ਤੇ ਆਪਣਾ ਸਮਾਨ ਖਿਲਾਰੀ ਬੈਠੇ ਨੇ, ਮੌਤ ਦੀ ਗੱਡੀ ਆ ਜਾਂਦੀ ਹੈ, ਉਦੋਂ ਸਾਰਾ ਕੁਝ ਖਿਲਰਿਆ ਹੀ ਛੱਡ ਕੇ ਚੜ੍ਹਨਾ ਪੈਂਦਾ ਗੱਡੀ ਤੇ। ਉਸ ਗੱਡੀ ਨੂੰ ਮਿਸ ਵੀ ਨਹੀਂ ਕੀਤਾ ਜਾ ਸਕਦਾ। ਤੇ ਵਿਰਲੇ ਹੁੰਦੇ ਨੇ ਜਿਹੜੇ ਆਪਣੀ ਗਠੜੀ ਬੰਨ ਕੇ ਬੈਠੇ ਹੁੰਦੇ ਨੇ, ਬਸ ਉਡੀਕ ਹੀ ਰਹੇ ਹਾਂ ਕਦੋਂ ਆਏ ਤੇ ਚੜ੍ਹ ਜਾਈਏ। ਵਿਰਲੇ ਨੇ ਜਿਹੜੇ ਸਮਾਨ ਬੰਨੀ ਬੈਠੇ ਨੇ, ਨਹੀਂ ਤੇ ਬਹੁਤਿਆਂ ਨੇ ਤੇ ਏਡਾ ਖਲਾਰਾ ਪਾਇਆ ਹੁੰਦਾ ਹੈ। ਮਰਦਿਆਂ ਮਰਦਿਆਂ ਵੀ ਆਖਦੇ ਨੇ 2 ਦਿਨ ਹੋਰ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ। ਸਿਤਾਬ ਮੈਂ ਚੱਲ ਜਲਦੀ ਚੱਲ, ਮਾਲਕ ਨੇ ਬੁਲਾ ਲਿਆ। ਬੰਦਾ ਹੈਰਾਨ ਹੋ ਜਾਂਦਾ ਹੈ, ਹੁਣੇ ਹੀ ਅਚਨਚੇਤ। ਹੁਣ ਮੌਤ ਆਂਦੀ ਵੀ ਅਚਨਚੇਤ ਹੈ। ਉਹ ਤੇ ਇੰਨੀ ਅਚਨਚੇਤ ਆਉਂਦੀ, ਅਤਿਥੀ ਨਾਮ ਹੈ ਮੌਤ ਦਾ।
ਅੱਜ ਕੱਲ੍ਹ ਦੇ ਪ੍ਰਾਹੁਣੇ ਮਹਿਮਾਨ ਅਤਿਥੀ ਨਹੀਂ ਰਹੇ, ਉਹ ਦੱਸ ਕੇ ਆਉਂਦੇ ਨੇ ਇੰਨੀ ਤਰੀਕ ਨੂੰ ਇੰਨੇ ਵਜੇ ਆ ਰਹੇ ਆ। ਮੌਤ ਅਤਿਥੀ ਹੈ, ਉਹ ਬਿਨਾਂ ਤਿੱਥ ਤਰੀਕ ਦੱਸੇ ਅਚਨਚੇਤ ਆ ਜਾਂਦੀ ਹੈ। ਉਹ ਤੇ ਇੰਨਾ ਵੀ ਸਮਾਂ ਨਹੀਂ ਦਿੰਦੀ ਕਿ ਦਰਵਾਜ਼ਾ ਬੰਦ ਹੋਵੇ ਤੇ ਖੜਕਾ ਦੇਵੇ, ਕਿ ਉੱਠ ਕੇ ਮਨੁੱਖ ਦਰਵਾਜ਼ਾ ਹੀ ਖੋਲ ਦੇਵੇ। ਉਹ ਤੇ 2 ਮਿੰਟ ਦਾ ਵੀ ਸਮਾਂ ਨਹੀਂ ਦਿੰਦੀ। ਦਰਵਾਜ਼ੇ ਬੰਦ ਹੋਣੋਂ ਤੋੜ ਕੇ ਦਾਖਲ ਹੋ ਜਾਂਦੀ ਹੈ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸਿੱਧਰ ਗਏ ਆਏ ਕੰਮ। ਇੱਕ ਮੌਤ ਅਤਿਥੀ ਹੈ, ਇੱਕ ਗਾਹਕ ਅਤਿਥੀ ਹੈ, ਪਤਾ ਨਹੀਂ ਕਦੋਂ ਦੁਕਾਨ ਤੇ ਆ ਜਾਏ। ਇੱਕ ਰੱਬ ਵੀ ਅਤਿਥੀ ਹੈ, ਉਹ ਵੀ ਦੱਸ ਕੇ ਨਹੀਂ ਆਉਂਦਾ, ਅਚਨਚੇਤ ਪ੍ਰਗਟ ਹੋ ਜਾਂਦਾ ਹੈ। ਮੌਤ ਅਤਿਥੀ ਹੈ, ਇਹਨਾਂ ਵੀ ਸਮਾਂ ਨਹੀਂ ਦਿੰਦੀ। ਚਲੋ ਸਿਤਾਬ ਮੈਨੇ ਹੁਣੀ ਛੇਤੀ ਦੀਵਾਨ ਬੁਲਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਤੇ ਬੰਦਾ ਆਖਦਾ ਹੁਣੇ ਕਰੋ ਅਰਦਾਸ, ਗਾਮ ਕਿਛ ਬਾਕੀ, ਲਿਓ ਨਵੇਰਾ ਅੱਜ ਕੀ ਰਾਤੀ। ਅੱਜ ਦੀ ਰਾਤ ਬਸ ਹੋਰ ਦੇ ਦਿਓ, ਮੈਨੂੰ ਨਹੀਂ ਸੀ ਪਤਾ ਆ ਜਾਣਾ ਤੁਸੀਂ। ਮੈਂ ਪਿੰਡਾਂ ਦੀ ਉਗਰਾਹੀ ਇਕੱਠੀ ਕਰ ਲਵਾਂ, ਮੇਰੇ ਬੱਚਿਆਂ ਨੂੰ 1-2 ਸਾਲ ਸੌਖ ਰਹਿ ਜਾਏਗੀ। ਬੱਚਿਆਂ ਨੂੰ ਦੱਸ ਦੇਵਾਂ ਵੀ ਕਿੱਥੋਂ ਕਿੱਥੋਂ ਪੈਸੇ ਲੈਣੇ ਨੇ। ਇਹ ਨਹੀਂ ਦੱਸਣਾ ਵੀ ਕਿਸ ਗਰੀਬ ਨੂੰ ਦੇਣੇ ਵੀ ਨੇ, ਨਹੀਂ ਉਹ ਨਹੀਂ ਦੱਸਣਾ। ਕਿੱਥੋਂ ਕਿੱਥੋਂ ਲੈਣੇ ਨੇ ਸਮਝਾਉਂਦਾ ਜਾਵਾਂ। ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਬੇੜ ਆਜ ਕੀ ਰਾਤੀ। ਮੈਂ ਅੱਜ ਦੀ ਰਾਤ ਸਾਰੀ ਉਗਰਾਹੀ ਨਬੇੜ ਲਵਾਂਗਾ ਔਰ ਜਲਦੀ ਚੱਲ ਪਵਾਂਗਾ। ਅੰਮ੍ਰਿਤ ਵੇਲੇ ਦੀ ਨਮਾਜ਼ ਰਸਤੇ 'ਚ ਹੀ ਪੜਾਂਗੇ, ਸਵੇਰ ਦੀ ਨਮਾਜ਼ ਜਿਹੜੀ ਰਸਤੇ 'ਚ ਹੀ ਪੜਾਂਗੇ, ਭਾਵ ਜਲਦੀ ਤੁਰ ਪਵਾਂਗੇ, ਪੜਾ ਸਵੇਰੇ ਰਸਤੇ 'ਚ ਕਰਾਂਗੇ। ਤੇ ਸਾਰੀ ਜ਼ਿੰਦਗੀ ਤੇ ਰਿਸ਼ਵਤ ਦਿੰਦਿਆਂ ਲੰਘ ਜਾਂਦੀ ਹੈ। ਮਰਦਿਆਂ ਮਰਦਿਆਂ ਮੌਤ ਨੂੰ ਵੀ ਰਿਸ਼ਵਤ ਦੇਣੀ ਚਾਹੁੰਦਾ। ਫਿਰ ਥੋੜਾ ਬਹੁਤਾ ਤੇਰਾ ਵੀ ਚਾਹ ਪਾਣੀ ਕਹੇ ਤੇ ਅੱਧਾ ਹਿੱਸਾ ਤੂੰ ਲੈ ਲਈ। ਸਿੱਖ ਰਾਤ ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ। ਕਿਛ ਵੀ ਖਰਚ ਤੁਮਾਰਾ ਸਾਰੋਂ, ਤੇਰਾ ਵੀ ਥੋੜਾ ਬਹੁਤਾ ਖਰਚਾ ਕਰ ਦਿਆਂਗਾ, ਚਾਹ ਪਾਣੀ ਪਿਲਾ ਦਿਆਂਗਾ। ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਹ ਨਮਾਜ਼ ਸਰਾਈ ਗੁਜ਼ਾਰੋ। ਸਵੇਰ ਦੀ ਨਮਾਜ਼ ਰਸਤੇ 'ਚ ਹੀ ਪੜਾਂਗੇ, ਸਰਾਂ 'ਚ ਹੀ ਜਲਦੀ ਚੱਲ ਪਵਾਂਗੇ। ਸਾਰੀ ਜ਼ਿੰਦਗੀ ਦੁਨੀਆ ਨੂੰ ਤੇ ਰਿਸ਼ਵਤ ਦਿੱਤੀ ਹੁੰਦੀ ਹੈ। ਧਰਮ ਦੀ ਦੁਨੀਆ ਵਿੱਚ ਵੀ ਮਨੁੱਖ ਪਿੱਛੇ ਨਹੀਂ ਹਟਦਾ, ਗੁਰੂ ਨੂੰ ਰਿਸ਼ਵਤ ਦੇਣ ਆ ਜਾਂਦਾ ਹੈ। ਪੁੱਤਰ ਦੇ ਤੇ ਮੈਂ ਰੁਮਾਲਾ ਚੜਾਵਾਂਗਾ, ਕੋਠੀ ਦੇ ਤੇ ਪਾਠ ਕਰਾਵਾਂਗਾ। ਰਿਸ਼ਵਤ ਹੀ ਹੋਈ ਨਾ, ਤੂੰ ਆਹ ਚੀਜ਼ ਦੇ ਤੇ ਮੈਂ ਕਰਾਂਗਾ, ਨਹੀਂ ਦੇਂਗਾ ਤੇ ਨਹੀਂ ਕਰਾਂਗਾ। ਰਿਸ਼ਵਤ ਹੀ ਹੋਈ, ਸੌਦੇਬਾਜ਼ੀ ਇਹ। ਇੱਕ ਹੱਥ ਦੇ ਦੂਸਰੇ ਹੱਥ ਲੈ, ਨੌਕਰੀ ਦੇ ਤੇ ਮੈਂ ਰੁਮਾਲਾ ਚੜਾ ਦੇਣਾ ਵਾ। ਕਿਛ ਵੀ ਖਰਚ ਤੁਮਾਰਾ ਸਾਰੋਂ, ਮੌਤ ਨੂੰ ਵੀ ਰਿਸ਼ਵਤ ਦਿੰਦਾ ਇੱਕ ਰਾਤ। ਪਰ ਮੌਤ ਇੱਕ ਰਾਤ ਛੱਡੋ, ਇੱਕ ਪਲ ਵੀ ਨਹੀਂ ਦਿੰਦੀ। ਗਣ ਘਾਲੇ ਸਭ ਦਿਨ ਸਾਸ, ਨਹਿ ਬੜਨ ਘਟਨ ਤਿਲ ਸਾਰ। ਜਿਹੜੇ ਗਿਣ ਕੇ ਸਵਾਸ ਆਏ ਨੇ ਉਨੇ ਹੀ ਰਹਿਣੇ ਨੇ, ਇੱਕ ਪਲ ਵੀ ਉੱਪਰ ਨਹੀਂ ਆਉਂਦਾ, ਇੱਕ ਪਲ ਵੀ ਨਹੀਂ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੁਰੀਦਾਂ ਪਿਰੜੀ ਸੱਚੀ ਰਹਿ ਰਾਸੇ। ਆਇਆ ਸੀ ਜਗਤ ਤੇ ਇੱਕ ਭੁੱਖ ਲੈ ਕੇ, ਜਾਣ ਲੱਗਿਆਂ 1000 ਭੁੱਖਾਂ ਲੈ ਕੇ ਤੁਰਿਆ, ਰੱਜਿਆ ਹੀ ਨਹੀਂ, ਤ੍ਰਿਪਤੀ ਨਹੀਂ ਆਈ। ਔਰ ਯਾਦ ਰੱਖਿਓ, ਤ੍ਰਿਪਤੀ ਜਿੰਨਾ ਚਿਰ ਆਤਮਿਕ ਤੌਰ ਤੇ ਮਨੁੱਖ ਤ੍ਰਿਪਤ ਨਹੀਂ ਹੁੰਦਾ, ਉਹਨਾਂ ਚਿਰ ਪਦਾਰਥਾਂ ਨਾਲ ਤ੍ਰਿਪਤੀ ਆ ਹੀ ਨਹੀਂ ਸਕਦੀ। ਪਦਾਰਥ ਮਨੁੱਖ ਨੂੰ ਰਜਾ ਹੀ ਨਹੀਂ ਸਕਦੇ ਜਿੰਨਾ ਚਿਰ ਆਤਮਿਕ ਤ੍ਰਿਪਤੀ ਨਹੀਂ ਹੈ। ਨਾ ਅੱਖਾਂ ਰੱਜਣਗੀਆਂ ਨਾ ਕੰਨ ਰੱਜਣਗੇ। ਇਹ ਗੱਲ ਵੱਖਰੀ ਅਸੀਂ ਫੜ ਫੜ ਕੇ ਰੋਕਦੇ ਆ ਕਿ ਨਹੀਂ ਅੱਖਾਂ ਨਾਲ ਹੁਣ ਪਰ ਤਨ ਪਰ ਰੂਪ ਨਹੀਂ ਦੇਖਣਾ। ਅੱਖਾਂ ਨੂੰ ਰੋਕਦੇ ਆ, ਕੰਨ ਤੁਰ ਪੈਂਦੇ ਨੇ ਨਿੰਦਿਆ ਚੁਗਲੀ ਸੁਣਨ। ਫਿਰ ਧਿਆਨ ਜਾਂਦਾ ਕੰਨਾਂ ਵੱਲ, ਕੰਨਾਂ ਨੂੰ ਫੜ ਫੜ ਕੇ ਰੋਕਦੇ ਆ, ਨਹੀਂ ਨਹੀਂ ਨਿੰਦਿਆ ਚੁਗਲੀ ਨਾ ਸੁਣੋ। ਕੰਨਾਂ ਨੂੰ ਰੋਕਦਿਆਂ ਜੀਭ ਸਵਾਦਾਂ 'ਚ ਫਸ ਜਾਂਦੀ ਹੈ, ਢਿੱਡ ਭਰ ਜਾਂਦਾ, ਜੀਭ ਖਾਈ ਜਾਂਦੀ ਹੈ। ਜੀਵ ਨੂੰ ਰੋਕਦੇ ਆ ਤੇ ਸੁਗੰਧੀਆਂ ਪਿੱਛੇ ਤੁਰ ਪੈਂਦੇ ਆ, ਸੁਗੰਧੀਆਂ ਨੂੰ ਰੋਕਦੇ ਆ ਕੁਰਸੀ ਪਿੱਛੇ ਤੁਰ ਪੈਂਦੇ ਆ, ਕੁਰਸੀ ਤੋਂ ਰੋਕਦੇ ਆ ਗੱਲ ਕੀ। ਇਹ ਤੇ ਇਸ ਤਰ੍ਹਾਂ ਮੰਨੋ ਜਿਵੇਂ ਕੋਈ ਸਫ਼ਰ ਤੇ ਜਾਵੇ ਤੇ ਅੱਗੇ 4 ਘੋੜੇ ਜੁਤੇ ਹੋਣ ਤੇ ਕੱਲੇ ਕੱਲੇ ਘੋੜੇ ਨੂੰ ਫੜ ਕੇ ਕਹੇ ਨਹੀਂ ਇੱਧਰ ਨੂੰ ਜਾਣਾ। ਇੱਕ ਘੋੜੇ ਨੂੰ ਫੜ ਕੇ ਸਹੀ ਦਿਸ਼ਾ ਦੇਵੇ ਤੇ 3 ਘੋੜੇ ਨੂੰ ਰੱਥ ਨੂੰ ਖਿੱਚ ਕੇ ਦੂਜੇ ਪਾਸੇ ਲੈ ਜਾਣ। ਫਿਰ ਦੂਸਰੇ ਘੋੜੇ ਵੱਲ ਭੱਜੇ, ਨਹੀਂ ਨਹੀਂ ਇੱਧਰ ਨਹੀਂ ਜਾਣਾ, ਇੱਧਰ ਜਾਣਾ। 5 ਇੰਦਰੇ ਇਸ ਜੀਵਨ ਰੱਥ ਦੇ 5 ਘੋੜੇ ਨੇ। ਇਹਨਾਂ 5 ਇੰਦਰੀਆਂ ਨੂੰ ਅਸੀਂ ਵਸ ਕਰਨਾ ਚਾਹੁੰਦੇ ਆ।
ਕਦੀ ਅੱਖਾਂ ਨੂੰ ਵਸ ਕਰਨਾ ਚਾਹੁੰਦੇ ਆ, ਕਦੀ ਕੰਨਾਂ ਨੂੰ, ਕਦੀ ਨੱਕ ਨੂੰ, ਕਦੀ ਜ਼ੁਬਾਨ ਨੂੰ, ਕਦੀ ਤੁਚਾ ਨੂੰ। ਅਸੀਂ ਵਸ ਕਰਨਾ ਚਾਹੁੰਦੇ ਆ ਇਹਨਾਂ 5 ਘੋੜਿਆਂ ਨੂੰ। ਕਦੀ ਇੱਕ ਨੂੰ ਫੜ ਕੇ ਲਿਆਈਦਾ, ਦੂਸਰੇ 4 ਉਦਲ ਜਾਂਦੇ ਨੇ, ਦੂਜਿਆਂ 4 ਚੋਂ ਇੱਕ ਨੂੰ ਫੜ ਕੇ ਲਿਆਈਦਾ, ਪਹਿਲਾ ਜਿਹੜਾ ਉਹ ਇੱਧਰ ਨੂੰ ਨਿਕਲ ਜਾਂਦਾ ਹੈ। ਇੰਦਰੀਆਂ ਨੂੰ ਰੋਕਦੇ ਆ ਤੇ ਇੰਦਰੀਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਸਾਡੇ ਤੇ ਹਾਵੀ ਨਹੀਂ ਹੈ, ਅਸੀਂ ਇਹਦੇ ਤੇ ਹਾਵੀ ਆ। ਫਿਰ ਇੰਦਰੇ ਸਾਡੇ ਤੇ ਹਾਵੀ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਲੱਗ ਜਾਂਦੀ ਇਹਦੇ ਕੋਲ ਤਾਕਤ ਨਹੀਂ ਹੈ ਸਾਨੂੰ ਰੋਕਣ ਦੀ। ਫਿਰ ਉਹ ਆਪ ਮੁਹਾਰੇ ਚੱਲ ਪੈਂਦੇ ਨੇ। ਘੋੜਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਮਾਲਕ ਨਹੀਂ ਰੋਕ ਸਕਦਾ, ਹੁਣ ਜਿੱਧਰ ਮਰਜ਼ੀ ਤੁਰੋ। ਅਸੀਂ ਘੋੜੇ ਫੜ ਫੜ ਰੋਕਦੇ ਹਾਂ। ਯਾਦ ਰੱਖਿਓ, ਦੁਸ਼ਮਣ ਨਾਲ ਜਦੋਂ ਕੋਈ ਲੜਨਾ ਸ਼ੁਰੂ ਕਰ ਦਿੰਦਾ ਹੈ ਤੇ ਦੁਸ਼ਮਣ ਦੇ ਬਰਾਬਰ ਹੋ ਜਾਂਦਾ ਹੈ। ਦੁਸ਼ਮਣ ਸਮਝ ਲਓ ਬਰਾਬਰ ਹੀ ਹੁੰਦੇ ਨੇ। ਜਿਹਦੇ ਨਾਲ ਵੀ ਤੁਸੀਂ ਝਗੜਾ ਲੜਾਈ ਕਰੋਗੇ ਉਹਦੇ ਤਲ ਤੇ ਆ ਜਾਓਗੇ, ਦੁਸ਼ਮਣ ਤੁਹਾਡੇ ਬਰਾਬਰ ਹੋ ਜਾਏਗਾ। ਚਾਹੇ ਉਹ ਇਲਾਕੇ ਦਾ ਭਿਖਾਰੀ ਹੈ, ਭਾਵੇਂ ਉਹ ਇਲਾਕੇ ਦਾ ਬਾਦਸ਼ਾਹ ਹੈ, ਜਿਹਦੇ ਨਾਲ ਲੜੋਗੇ ਉਹਦੇ ਬਰਾਬਰ ਹੋ ਜਾਓਗੇ। ਦੁਸ਼ਮਣ ਬਰਾਬਰ ਹੁੰਦੇ ਨੇ, ਉੱਚੇ ਨਹੀਂ ਵੀ ਨਹੀਂ ਹੁੰਦੇ, ਉਹ ਇੱਕ ਲੈਵਲ ਤੇ ਆ ਜਾਂਦੇ ਨੇ। ਜਦੋਂ ਇੰਦਰੀਆਂ ਨੂੰ ਫੜ ਕੇ ਰੋਕਿਆ, ਅਸੀਂ ਇੰਦਰੀਆਂ ਦੇ ਲੈਵਲ ਤੇ ਆ ਜਾਂਦੇ ਹਾਂ। ਇੰਦਰੀਆਂ ਨੂੰ ਪਤਾ ਵੀ ਅਸੀਂ 5 ਆਏ, ਇਕੱਲਾ ਨੇ, ਸਾਡਾ ਕੀ ਵਿਗੜਨਾ ਹੈ। ਇੰਦਰੇ ਸਾਡੇ ਤੇ ਹਾਵੀ ਹੋ ਜਾਂਦੇ ਨੇ। ਜਦੋਂ ਮਾਲਕ ਨੌਕਰ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ, ਉਦੋਂ ਨੌਕਰ ਮਾਲਕ ਦੇ ਲੈਵਲ ਤੇ ਆ ਜਾਂਦਾ ਹੈ ਤੇ ਮਾਲਕ ਨੌਕਰ ਨੂੰ ਹਰਾਉਣਾ ਚਾਹੁੰਦਾ ਹੈ। ਪਰ ਜਦੋਂ ਨੌਕਰ ਮਾਲਕ ਦੇ ਲੈਵਲ ਤੇ ਆ ਜਾਂਦਾ ਹੈ, ਉਦੋਂ ਫਿਰ ਹੋ ਸਕਦਾ ਕਿ ਨੌਕਰ ਜਿੱਤ ਜਾਏ। ਤੇ ਜਿੱਦਣ ਨੌਕਰ ਜਿੱਤ ਜਾਏ ਨਾ, ਮਾਲਕ ਦੀ ਮਲਕੀਅਤ ਦਾ ਅਹਿਸਾਸ ਖਤਮ ਹੋ ਜਾਂਦਾ। ਫਿਰ ਉਹ ਆਖਦਾ ਮੇਰੇ ਪੱਲੇ ਤੇ ਕੁਛ ਨਹੀਂ ਹੈ। ਫਿਰ ਇਸ ਨੌਕਰ ਨਾਲ ਲੜਨਾ ਹੀ ਕਿਉਂ? ਜਿਹਦੇ ਕੋਲ ਜਿੱਤਿਆ ਨਾ ਜਾ ਸਕੇ ਲੜਨਾ ਹੀ ਕਿਉਂ? ਮਨੋਵਿਗਿਆਨੀ ਆਖਦੇ ਨੇ, ਆਪਣੇ ਬੱਚੇ ਨੂੰ ਉਹ ਹੁਕਮ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰਾ ਸਕਦੇ। ਜੇ ਤੁਸੀਂ ਆਪਣਾ ਹੁਕਮ ਵੀ ਦਿੱਤਾ ਬੱਚੇ ਨੂੰ ਆ ਕਰ, ਉਹ ਨਾ ਉਹਨੇ ਕੀਤਾ, ਤੇ ਬੱਚੇ ਦੇ ਮਨ ਵਿੱਚ ਇਹ ਅਹਿਸਾਸ ਹੋਏਗਾ ਮੇਰਾ ਬਾਪੂ ਤੇ ਕੁਛ ਨਹੀਂ ਕਰ ਸਕਦਾ, ਐਵੇਂ ਗੱਲਾਂ ਹੀ ਮਾਰਦਾ ਹੈ, ਇਹਦੇ ਕੋਲ ਕੋਈ ਤਾਕਤ ਨਹੀਂ ਹੈ। ਉਹ ਬੱਚਾ ਆਪ ਉਧਰਾ ਹੋ ਜਾਏਗਾ। ਹੁਣ ਪਿਤਾ ਪੁੱਤਰ ਨੂੰ ਕਵੇ ਤੂੰ ਰੋ ਨਾ, ਨਹੀਂ ਤੇ ਮੈਂ ਤੇਰੇ ਚਪੇੜ ਮਾਰਾਂਗਾ, ਰੋ ਨਾ। ਹੁਣ ਮਾਰ ਕੇ ਵੀ ਕਿਸੇ ਦਾ ਰੋਣਾ ਬੰਦ ਕੀਤਾ ਜਾ ਸਕਦਾ, ਬੱਚਾ ਹੋਰ ਰੋਏਗਾ। ਉਹ ਫਿਰ ਕਹੇ ਮੈਂ ਤੈਨੂੰ ਮਾਰਾਂਗਾ, ਰੋ ਨਾ, ਤੇ ਬੱਚਾ ਅੰਦਰੋਂ ਅੰਦਰ ਹੱਸੇਗਾ ਵੀ ਇਹ ਬਾਪੂ ਨਹੀਂ ਰੋਕ ਸਕਿਆ, ਇਹਦੇ ਕੋਲ ਤਾਕਤ ਨਹੀਂ ਰਹੀ। ਹਾਂ, ਇਹ ਕਿਹਾ ਜਾ ਸਕਦਾ ਹੈ ਇਸ ਕਮਰੇ ਚੋਂ ਬਾਹਰ ਨਿਕਲ ਜਾ। ਪਿਤਾ ਕਮਰੇ ਚੋਂ ਬਾਹਰ ਕੱਢ ਸਕਦਾ ਹੈ, ਪਰ ਜੇ ਕਵੇ ਤੂੰ ਰੋ ਨਾ, ਰੋਣਾ ਨਹੀਂ ਚੁੱਪ ਕਰਾ ਸਕਦਾ। ਇਸ ਕਰਕੇ ਪੁੱਤਰ ਨੂੰ ਹੁਕਮ ਨਾ ਦੇ, ਇਹ ਪਿਤਾ ਜਿਹੜਾ ਤੂੰ ਪੂਰਾ ਨਾ ਕਰਾ ਸਕੇ, ਉਹ ਹੁਕਮ ਕਰ ਜਿਹੜਾ ਪੂਰਾ ਕਰਾ ਸਕੇ। ਕਹਿ ਦੇ ਮੇਰੇ ਕਮਰੇ ਚੋਂ ਬਾਹਰ ਨਿਕਲ ਜਾ, ਬਾਹਰ ਤੇ ਕੱਢ ਸਕਦਾ ਹੈ ਨਾ। ਤੇ ਬੱਚਾ ਵੀ ਸੋਚੇਗਾ ਹਾਂ ਪਿਤਾ ਜੋ ਕਹਿੰਦਾ ਕਰਕੇ ਦਿਖਾਉਂਦਾ, ਇਹਦੇ ਕੋਲ ਸ਼ਕਤੀ ਹੈ। ਤੇ ਜੇ ਬੱਚਾ ਕਹੇ ਪਿਤਾ ਕਹਿੰਦਾ ਰੋ ਨਾ, ਮੈਂ ਫਿਰ ਰੋਈ ਜਾਣਾ, ਪਿਓ ਕੁਛ ਵੀ ਨਹੀਂ ਕਰ ਸਕਦਾ, ਅਸਮਰੱਥ ਹੈ, ਅਸਹਾਏ ਖੜਾ ਹੈ, ਫਿਰ ਉਹ ਪੁੱਤਰ ਕੱਲ ਨੂੰ ਹਾਵੀ ਹੋ ਜਾਏਗਾ। ਧਰਮ ਦੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਅਸੀਂ ਇੱਕ ਇੱਕ ਇੰਦਰੇ ਘੋੜੇ ਨੂੰ ਫੜ ਫੜ ਕੇ ਰੋਕਦੇ ਹਾਂ। ਇੱਕ ਇੰਦਰੇ ਨੂੰ ਫੜ ਕੇ ਰੋਕਦੇ ਹਾਂ, 4 ਇੰਦਰੇ ਤੁਰ ਪੈਂਦੇ ਨੇ। ਇੰਦਰੇ ਵੀ ਸੋਚਦੇ ਨੇ ਇਹਦੇ ਕੋਲ ਤਾਕਤ ਨਹੀਂ ਹੈ, ਉਹ ਆਪ ਮੁਹਾਰੇ ਹੋ ਜਾਂਦੇ ਨੇ। ਫਿਰ ਜਦੋਂ ਕੋਈ ਧਰਮ ਦੀ ਖੋਜ ਕਰਦਾ ਹੈ, ਉਦੋਂ ਹੌਲੀ ਹੌਲੀ ਉਹਨੂੰ ਸਮਝ ਆਉਂਦੀ ਹੈ ਕਿ ਇੰਦਰੇ ਤੇ 5 ਘੋੜੇ ਨੇ, ਇਹਦੀਆਂ ਲਗਾਮਾਂ ਫੜੀਆਂ ਹੋਈਆਂ ਨੇ ਮਨ ਨੇ। ਮਨ ਸਾਰਥੀ ਹੈ, ਉਹ ਘੋੜਿਆਂ ਨੂੰ ਇਸ਼ਾਰੇ ਕਰਦਾ ਹੈ। ਮੈਂ ਇੱਕ ਘੋੜੇ ਨੂੰ ਫੜ ਕੇ ਰੋਕਦਾ, 4 ਘੋੜਿਆਂ ਨੂੰ ਇਸ਼ਾਰਾ ਕਰਦਾ ਵੀ ਇੱਧਰ ਚੱਲ ਪੋ। ਹੁਣ ਮਨ ਦੇ ਹੱਥ 'ਚ ਲਗਾਮਾਂ ਨੇ, ਕਿਉਂ ਨਾ ਮਨ ਨੂੰ ਕਾਬੂ ਕਰ ਲਈਏ, ਸਾਰਥੀ ਨੂੰ ਹੀ। ਫਿਰ ਉਹ ਧਰਮ ਦੀ ਖੋਜ ਵੱਲ ਜਿਹੜਾ ਤੁਰਦਾ ਹੈ, ਉਹ ਮਨ ਪਿੱਛੇ ਤੁਰ ਪੈਂਦਾ ਹੈ, ਮਨ ਨੂੰ ਰੋਕਣਾ ਚਾਹੁੰਦਾ ਹੈ। ਮਨ ਨੂੰ ਆਖਦੇ ਨੇ ਇੱਧਰ ਨਹੀਂ, ਇੱਧਰ ਚਲਾ ਇੰਦਰੀਆਂ ਨੂੰ। ਫਿਰ ਹੌਲੀ ਹੌਲੀ ਉਹਨੂੰ ਸਮਝ ਲੱਗਦੀ ਹੈ ਮਨ ਸਾਰਥੀ ਵੀ ਇੱਕ ਨਹੀਂ ਹੈ, ਮਨ ਵੀ ਵੰਡਿਆ ਹੋਇਆ ਹੈ, ਮਨ ਦੇ ਵੀ ਕਈ ਭੇਦ ਨੇ। ਉਹਨੂੰ ਸਮਝ ਲੱਗ ਜਾਂਦੀ ਹੈ ਕਿ ਮਨ ਵੀ ਕਿਹੜਾ ਇੱਕ ਹੈ। ਹਰ ਪਲ ਮਨ ਨਵਾਂ ਹੈ, ਹਰ ਪਲ ਬਦਲ ਜਾਂਦਾ ਹੈ, ਹਰ ਪਲ ਬਦਲ ਜਾਂਦਾ ਹੈ। ਕਿਉਂ? ਕਿਉਂਕਿ ਹਰ ਪਲ ਉਸ ਮਨ ਨੂੰ ਹੁਕਮ ਦੇਣ ਵਾਲਾ ਕੋਈ ਹੋਰ ਹੈ। ਸਾਰਥੀ ਤੇ ਨੌਕਰ ਹੈ, ਇਸ ਰੱਥ ਨੂੰ ਚਲਾਉਣ ਵਾਲਾ। ਰਥਵਾਨ ਤੇ ਨੌਕਰ ਹੈ, ਹਾਂ ਰੱਥ ਦੇ ਪਿੱਛੇ ਮਾਲਕ ਬੈਠਾ ਹੋਇਆ ਹੈ। ਉਹ ਮਾਲਕ ਹੁਕਮ ਕਰਦਾ ਹੈ, ਇਹ ਸਾਰਥੀ ਨੌਕਰ ਘੋੜਿਆਂ ਨੂੰ ਚਲਾਉਂਦਾ ਹੈ। ਜਿਸ ਦਿਨ ਰੱਥ ਵਿੱਚ ਬੈਠੇ ਹੋਏ ਮਾਲਿਕ ਤੱਕ ਪਹੁੰਚ ਹੋ ਜਾਂਦੀ ਹੈ ਨਾ, ਉਸ ਦਿਨ ਫਿਰ ਜ਼ਿੰਦਗੀ ਦਾ ਰੱਥ ਕਾਬੂ 'ਚ ਆ ਜਾਂਦਾ ਹੈ।
ਫਿਰ ਮਨ ਤੋਂ ਬਾਅਦ ਆਤਮਾ ਦੀ ਖੋਜ ਸ਼ੁਰੂ ਹੋ ਜਾਂਦੀ ਹੈ। ਮਨੁੱਖ ਆਤਮ ਤੱਕ ਪਹੁੰਚ ਜਾਂਦਾ ਹੈ। ਨਹੀਂ, ਆਤਮਾ ਮਾਲਿਕ ਹੈ ਇਸ ਜੀਵਨ ਦੀ, ਜੀਵਨ ਰਥ ਦੀ ਮਾਲਿਕ ਆਤਮਾ ਹੈ। ਇਹਦੇ ਇਸ਼ਾਰੇ ਦੇ ਉੱਪਰ ਮਨ ਨਿਰਮਿਤ ਹੁੰਦੇ ਨੇ, ਇਹਦੇ ਇਸ਼ਾਰੇ ਤੇ ਮਨ ਇੰਦਰੀਆਂ ਨੂੰ ਚਲਾਉਂਦੇ ਨੇ। ਫਿਰ ਨੌਕਰ ਨੂੰ ਕਾਹਦਾ ਫੜਨਾ, ਮਾਲਕ ਨੂੰ ਫੜ ਲਓ। ਜਦੋਂ ਆਤਮਾ ਦੀ ਖੋਜ ਤੱਕ ਮਨੁੱਖ ਪਹੁੰਚਣਾ ਸ਼ੁਰੂ ਕਰ ਦਿੰਦਾ ਹੈ, ਉਦੋਂ ਇਸ ਜੀਵਨ ਰਥ ਨੂੰ ਕਾਬੂ ਕਰ ਲੈਂਦਾ ਹੈ। ਉਦੋਂ ਹੀ ਕਾਬੂ ਹੁੰਦਾ ਹੈ। ਨਾ ਤੇ ਅੱਖਾਂ ਨੇ ਰਜਣੇ, ਨਾ ਕੰਨਾਂ ਨੇ ਰਜਣੇ, ਨਾ ਇਸ ਮਨ ਨੇ ਰਜਣੇ। ਹਾਂ, ਜਿਸ ਦਿਨ ਆਤਮ ਰੱਜ ਜਾਂਦੀ ਹੈ, ਉਸ ਦਿਨ ਸਾਰੇ ਇੰਦਰੀ ਵੀ ਰੱਜ ਜਾਂਦੇ ਨੇ। ਜਦੋਂ ਆਤਮਾ ਰੱਜ ਜਾਂਦੀ ਹੈ, ਮਨ ਵੀ ਰੱਜ ਜਾਂਦਾ ਹੈ, ਇੰਦਰੀ ਵੀ ਰੱਜ ਜਾਂਦੇ ਨੇ। ਜਿੰਨਾ ਚਿਰ ਆਤਮਾ ਨਹੀਂ ਰੱਜੀ, ਉਹਨਾਂ ਚਿਰ ਕੋਈ ਵੀ ਰੱਜ ਨਹੀਂ ਪਾਉਂਦਾ। ਤ੍ਰਿਪਤੀ ਹੈ ਹੀ ਨਹੀਂ ਹੈ। ਜਿੰਨੇ ਮਰਜੀ ਪਦਾਰਥ ਮਿਲ ਜਾਣ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆਂ ਭਾਰ, ਸਾਰੀਆਂ ਪੁਰੀਆਂ ਦੇ ਭਾਰ ਵੀ ਬੰਨ ਲਏ, ਇਹਦੀ ਭੁੱਖ ਨਹੀਂ ਉਤਰਦੀ। ਹਾਂ, ਜਿਸ ਦਿਨ ਆਤਮਾ ਨੂੰ ਨਾਮ ਦਾ ਰਸ ਆ ਜਾਂਦਾ ਹੈ, ਆਤਮਾ ਨਾਮ ਦਾ ਰਸ ਚੱਖ ਲੈਂਦੀ ਹੈ, ਉਦੋਂ ਆਤਮਾ ਰੱਜ ਜਾਂਦੀ ਹੈ। ਉਦੋਂ ਮਨ ਪੂਰ ਹੋ ਜਾਂਦਾ ਹੈ, ਉਦੋਂ ਇੰਦਰੇ ਤ੍ਰਿਪਤ ਹੋ ਜਾਂਦੇ ਨੇ, ਉਦੋਂ ਜੀਵਨ ਅਘਾ ਜਾਂਦਾ ਹੈ ਮਨੁੱਖ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਏ ਹਮਕੋ ਤ੍ਰਿਪਤ ਭਈ। ਉਦੋਂ ਰੱਜ ਮਿਲਦਾ ਹੈ। ਜਿਸ ਦਿਨ ਨਾਮ ਦਾ ਭੋਜਨ ਕਰਦਾ ਹੈ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਹੈ ਭੋਜਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹ ਹੈ ਨਾਮ ਦਾ ਭੋਜਨ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਭੋਜਨ ਤੁਤ। ਨਾਮ ਦੇ ਮੁਕਾਬਲੇ ਕਿਹੜਾ ਭੋਜਨ ਹੋ ਸਕਦਾ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਨਾਮ ਦੇ ਰਸ ਨੇ ਰਜਾ ਦਿੱਤਾ, ਦੁਨਿਆਵੀ ਰਸਾਂ ਦੀ ਭੁੱਖ ਹੀ ਦੂਰ ਹੋ ਜਾਂਦੀ ਹੈ। ਅੱਜ ਦੇ ਬਚਨ ਤ੍ਰਿਪਤ ਭਈ, ਸੱਚ ਭੋਜਨ ਖਾਇਆ। ਜਿੱਦਣ ਸੱਚ ਦਾ ਭੋਜਨ ਕਰ ਲਿਆ, ਉਸ ਦਿਨ ਆਤਮਿਕ ਤੌਰ ਤੇ ਤ੍ਰਿਪਤ ਹੋ ਗਏ। ਜਦੋਂ ਆਤਮਾ ਰੱਜ ਗਈ, ਉਦੋਂ ਮਨ ਦੀਆਂ ਭੁੱਖਾਂ ਮੁੱਕ ਗਈਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਉਹ ਆਧਾਰ ਹੈ ਜਿਹਨੇ ਸਾਰੀਆਂ ਹੀ ਭੁੱਖਾਂ ਦੂਰ ਕਰ ਦਿੱਤੀਆਂ, ਕੋਈ ਭੁੱਖ ਬਾਕੀ ਬਚੀ ਨਹੀਂ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਸ ਦਿਨ ਨਾਮ ਦਾ ਭੋਜਨ ਕੀਤਾ, ਉਸ ਦਿਨ ਆਤਮਿਕ ਤੌਰ ਤੇ ਜੀਵ ਤ੍ਰਿਪਤ ਹੋ ਗਿਆ। ਉਸ ਦਿਨ ਰੱਜ ਆ ਗਿਆ ਜੀਵਨ ਦੇ ਵਿੱਚ। ਮਨ ਤਨ ਰਸਨਾ ਨਾਮ ਤੇ ਆਇਆ। ਹੁਣ ਕੀ ਹੋਇਆ? ਤਨ ਮੈਨੇ ਇੰਦਰੇ, ਤਨ ਨਾਲ ਸੰਬੰਧਿਤ ਨੇ, ਸਰੀਰ ਨਾਲ ਸੰਬੰਧਿਤ ਨੇ। ਇੰਦਰੇ ਰੱਜ ਗਏ, ਇੰਦਰੇ ਨਾਮ ਨਾਲ ਜੁੜ ਗਏ। ਮਨ ਵੀ ਨਾਮ ਨਾਲ ਜੁੜ ਗਿਆ। ਰਸਨਾ ਜ਼ਬਾਨ ਵੀ ਨਾਮ ਨਾਲ ਜੁੜ ਗਈ। ਜਿਹਨੂੰ ਅਸੀਂ ਕਹਿ ਦਈਏ ਮਨ ਬਚਨ ਕਰਮ ਦੇ ਨਾਲ ਇਹਨੇ ਨਾਮ ਤੇ ਆਉਣਾ ਸ਼ੁਰੂ ਕਰ ਦਿੱਤਾ। ਆਤਮਾ ਵਿੱਚ ਸੱਚ ਗਿਆ। ਹੁਣ ਮਨ ਜਦੋਂ ਸੋਚਦਾ ਹੈ, ਰੱਬ ਨੂੰ ਸੋਚਦਾ ਹੈ। ਰਸਨਾ ਜਦੋਂ ਬੋਲਦੀ ਹੈ, ਰੱਬ ਦੀ ਸਿਫਤ ਬੋਲਦੀ ਹੈ। ਤਨ ਜਦੋਂ ਹੱਥੀਂ ਕਰਮ ਕਰਦਾ ਹੈ, ਉਦੋਂ ਸੱਚ ਦੇ ਹੀ ਕਰਮ ਕਰਦਾ ਹੈ। ਮਨ ਬਚਨ ਕਰਮ ਦੇ ਵਿੱਚ ਇੱਕ ਸਾਰਤਾ ਆ ਜਾਂਦੀ ਹੈ ਸੱਚ ਦੀ। ਮਨ ਤਨ ਰਸਨਾ ਨਾਮ ਤੇ ਆਇਆ, ਜੀਵਨਾ ਹਰ ਜੀਵਨਾ। ਇਹ ਹੈ ਜੀਵਨ, ਹਰੀ ਦੇ ਨਾਲ ਜੁੜ ਕੇ ਜਿਉਣਾ। ਜੀਵਨ ਹਰ ਜਪ ਸਾਧ ਸੰਗ, ਗੁਰਮੁਖ ਜਿਨ੍ਹਾਂ ਦੀ ਸੰਗਤ ਵਿੱਚ ਆਇਆ, ਹਰੀ ਨੂੰ ਜਪਿਆ, ਆਤਮਿਕ ਜੀਵਨ ਮਿਲ ਗਿਆ। ਉਹ ਮਨ ਜਿਹੜਾ ਕਿਤੇ ਰਜਦਾ ਨਹੀਂ ਸੀ, ਹੁਣ ਤ੍ਰਿਪਤ ਹੋ ਗਿਆ। ਉਹ ਇੰਦਰੇ ਜਿਹੜੇ ਰਜਦੇ ਨਹੀਂ ਸਨ, ਤ੍ਰਿਪਤ ਹੋ ਗਏ, ਕਿਉਂਕਿ ਆਤਮਾ ਨੂੰ ਤ੍ਰਿਪਤੀ ਮਿਲ ਗਈ। ਕੋਈ ਫਕੀਰ ਗਿਆ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ, ਉਹਨੇ ਜਾ ਤਰਲਾ ਲਿਆ ਕਿ ਸਾਰੀ ਜ਼ਿੰਦਗੀ ਲੰਘ ਗਈ, ਮੰਗਤਾ ਬਣਿਆ, ਭੀਖ ਮੰਗਦਿਆਂ ਜ਼ਿੰਦਗੀ ਲੰਘ ਗਈ। ਇੱਕ ਛੋਟਾ ਜਿਹਾ ਭਾਂਡਾ ਮੇਰੇ ਕੋਲ, ਛੋਟਾ ਜਿਹਾ ਪਾਤਰ ਹੈ, ਮੈਨੂੰ ਕਦੀ ਭਰਿਆ ਨਹੀਂ ਦੇਖਿਆ। ਕੋਈ ਐਸਾ ਜਗਤ ਵਿੱਚ ਹੈ ਜਿਹੜਾ ਮੇਰੇ ਇਸ ਭਾਂਡੇ ਨੂੰ ਭਰ ਸਕੇ? ਸਵੇਰ ਨੂੰ ਮੰਗਣ ਜਾਣਾ, 2-4 ਘਰ ਪਾਉਂਦੇ ਨੇ ਔਰ ਪੂਰਾ ਨਹੀਂ ਭਰਿਆ ਜਾਂਦਾ। ਦੁਪਹਿਰ ਤੱਕ ਹੁੰਦੇ ਹੁੰਦੇ ਖਾ ਲੈਣਾ ਵਾ। ਦੁਪਹਿਰੇ ਲੈਣ ਜਾਣਾ, ਸ਼ਾਮ ਤੱਕ ਖਾ ਲੈਣਾ। ਸ਼ਾਮ ਨੂੰ ਲੈਣ ਜਾਣਾ, ਪੂਰਾ ਨਹੀਂ ਭਰਦਾ ਪਾਤਰ। ਸ਼ਾਮ ਨੂੰ ਰਾਤ ਨੂੰ ਖਾ ਕੇ ਸੌ ਜਾਣਾ। ਮੈਂ ਇਸ ਪਾਤਰ ਨੂੰ, ਆਪਣੇ ਭਾਂਡੇ ਨੂੰ ਭਰਿਆ ਦੇਖਣਾ ਚਾਹੁੰਦਾ। ਕੋਈ ਭਰ ਸਕਦਾ? ਤੇ ਰਾਜਾ ਬੜੇ ਅਹੰਕਾਰ ਚ ਆ ਗਿਆ। ਇਹ ਵੀ ਕੋਈ ਗੱਲ ਹੈ? ਤੂੰ ਭਿਖਾਰੀ, ਮੈਂ ਬਾਦਸ਼ਾਹ,
ਭੋਜਨ ਨਾਲ ਛੱਡ, ਮੈਂ ਹੀਰੇ ਮੋਤੀਆਂ ਨਾਲ ਵੀ ਭਰ ਦੇਣਾ ਇਹਨੂੰ। ਕਹਿੰਦੇ ਭਰ ਦੇ। ਰਾਜੇ ਨੇ ਆਪਣੇ ਦਰਬਾਰੀਆਂ ਨੂੰ ਕਿਹਾ, ਇਹਦੇ ਵਿੱਚ ਹੀਰੇ ਮੋਤੀ ਪਾਣੀ ਪਾ ਕੇ ਭਰ ਦਿਓ। ਉਹਨਾਂ ਹੀਰੇ ਮੋਤੀ ਪਾਏ। ਜਿਵੇਂ ਜਿਵੇਂ ਪਾਤਰ ਵਿੱਚ ਹੀਰੇ ਮੋਤੀ ਪਾਉਂਦੇ ਚਲੇ ਗਏ, ਉਹ ਪਾਤਰ ਖਾਲੀ ਦਾ ਖਾਲੀ। ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਸੋਨੇ ਚਾਂਦੀ ਦੀਆਂ ਮੋਹਰਾਂ ਪਾ ਦਿਓ। ਸੋਨੇ ਚਾਂਦੀ ਦੀਆਂ ਮੋਹਰਾਂ ਪਾਉਣ ਲੱਗੇ, ਉਹ ਫਿਰ ਖਾਲੀ ਦਾ ਖਾਲੀ। ਹੁਣ ਤੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਰਾਜੇ ਦੀ ਇੱਜ਼ਤ ਦਾ ਸਵਾਲ ਪੈਦਾ ਹੋ ਗਿਆ। ਰਾਜਾ ਆਖਦੇ ਸਾਰੇ ਖਜ਼ਾਨੇ ਇਹਦੇ ਵਿੱਚ ਪਾ ਦਿਓ, ਜਿੰਨੀ ਧਨ ਦੌਲਤ ਮਾਇਆ ਹੀਰੇ ਜਵਾਹਰਾਤ ਸੋਨਾ ਚਾਂਦੀ, ਇਹਦਾ ਭਾਂਡਾ ਭਰਨਾ ਚਾਹੀਦਾ। ਸ਼ਾਮ ਹੁੰਦੇ ਹੁੰਦੇ ਖਜ਼ਾਨਾ ਖਾਲੀ ਹੋ ਗਿਆ। ਫਕੀਰ ਦਾ ਪਾਤਰ ਭਰਿਆ ਨਹੀਂ। ਉਹਦਾ ਹੰਕਾਰ ਟੁੱਟ ਗਿਆ, ਚਰਨਾਂ 'ਚ ਆ ਡਿੱਗਿਆ। ਐ ਫਕੀਰ, ਮੇਰੇ ਖਜ਼ਾਨੇ ਮੁੱਕ ਗਏ, ਪਰ ਤੇਰਾ ਪਾਤਰ ਕਿਉਂ ਨਹੀਂ ਭਰਿਆ? ਫਕੀਰ ਆਖਦਾ, ਅਸਲ ਵਿੱਚ ਬਾਦਸ਼ਾਹ, ਇਹ ਪਾਤਰ ਬਣਿਆ ਮਨੁੱਖੀ ਮਨ ਦਾ, ਤੇ ਮਨੁੱਖੀ ਮਨ ਦਾ ਭਾਂਡਾ ਕਦੀ ਨਹੀਂ ਭਰਦਾ ਹੁੰਦਾ। ਪਦਾਰਥਾਂ ਨਾਲ ਕਦੀ ਵੀ ਨਹੀਂ ਭਰਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਵੀ ਬੰਨੇ ਪਾਏ ਜਾਣ, ਇਹਨੇ ਤਾਂ ਵੀ ਨਹੀਂ ਰਜਣਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਲ ਜਾਏ, ਇਹਨੇ ਦੁਖੀ ਰਹਿਣੇ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਫਿਰ ਕਿਵੇਂ ਭਰੇਗਾ? ਕਹਿਣ ਲੱਗਾ ਰੱਬ ਦੇ ਨਾਮ ਤੋਂ ਬਿਨਾਂ ਨਹੀਂ ਭਰ ਸਕਦਾ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਰੱਬ ਦੇ ਗੁਣ ਹੀ ਨੂੰ ਭਰ ਸਕਦੇ ਨੇ, ਹੋਰ ਕੋਈ ਨਹੀਂ। ਰੱਬੀ ਗੁਣਾਂ ਨਾਲ ਹੀ ਮਨ ਭਰ ਸਕਦਾ। ਤੇ ਰੱਬੀ ਗੁਣ ਕੀ ਨੇ? ਰੱਬੀ ਨਾਮ ਕੀ ਹੈ? ਸੰਤੋਖ। ਜੋ ਕੁਛ ਵੀ ਮੰਗਾਂਗਾ ਦੁਖੀ ਰਹਿ ਜਾਵਾਂਗਾ, ਖਾਲੀ ਰਹਿ ਜਾਵਾਂਗਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹੋ ਨਾਮ ਸੰਤੋਖੀਆ। ਇਸ ਕਰਕੇ ਨਾਮ ਦੀ ਦਾਤ, ਸੰਤੋਖ ਦੀ ਦਾਤ ਦੇ ਦਿਓ, ਤਾਂ ਕਿ ਮਨ ਦੀ ਭੁੱਖ ਉਤਰ ਜਾਏ। ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮੇਰਾ ਮਨ ਰੱਜ ਜਾਏ। ਕੋਈ ਬਾਦਸ਼ਾਹ ਮਿਲਣ ਆਇਆ ਫਕੀਰ ਨੂੰ, ਤੇ ਫਕੀਰ ਝੌਂਪੜੀ 'ਚ ਨਹੀਂ ਸੀ, ਘਰ ਨਹੀਂ ਸੀ, ਉਹਦੀ ਪਤਨੀ ਸੀ। ਉਹਦੀ ਪਤਨੀ ਕਹਿਣ ਲੱਗੀ, ਰਾਜਨ, ਫਕੀਰ ਜੀ ਗਏ ਨੇ ਖੇਤਾਂ 'ਚ ਕੰਮ ਕਰਨ ਵਾਸਤੇ, ਤੁਸੀਂ ਇਸ ਮੂਹੜੇ ਤੇ ਬਹਿ ਜਾਓ, ਮੈਂ ਹੁਣੇ ਬੁਲਾ ਲਿਆਨੀ ਆ। ਗ੍ਰਸਤੀ ਸੀ ਉਹ ਫਕੀਰ, ਔਰ ਕਿਰਤੀ ਸੀ, ਬਿਲੜ ਨਹੀਂ ਸੀ। ਰਾਜਾ ਉਸ ਫਕੀਰ ਦੀ ਪਤਨੀ ਨੂੰ ਆਖਦਾ ਹੈ ਕਿ ਤੁਸੀਂ ਫਕੀਰ ਜੀ ਨੂੰ ਖੇਤਾਂ 'ਚ ਬੁਲਾਓ, ਅਸੀਂ ਖੜੇ ਹੋ ਕੇ ਇੱਥੇ ਉਡੀਕ ਲੈਂਦੇ ਆ। ਉਹ ਬੜੀ ਹੈਰਾਨ ਹੋਈ। ਉਹਨੇ ਝੌਂਪੜੀ ਦੇ ਵਿੱਚੋਂ ਮੰਜੀ ਬਾਹਰ ਕੱਢੀ, ਵਿਛਾ ਦਿੱਤੀ, ਕਹਿਣ ਲੱਗੀ ਚਲੋ ਮੰਜੀ ਤੇ ਬਹਿ ਜਾਓ। ਬਾਦਸ਼ਾਹ ਆਖਦੇ ਅਸੀਂ ਖੜੇ ਉਡੀਕ ਲੈਂਦੇ ਆ, ਫਕੀਰ ਜੀ ਨੂੰ ਬੁਲਾ ਲਓ। ਉਹ ਫਿਰ ਹੈਰਾਨ ਹੋਈ ਵੀ ਬਾਦਸ਼ਾਹ ਬੈਠਦਾ ਕਿਉਂ ਨਹੀਂ ਹੈ। ਉਹਨੇ ਅੰਦਰੋਂ ਤੁਲਾਈ ਕੱਢੀ, ਉਹ ਵਿਛਾਈ, ਛੁੱਟੀ ਚਾਦਰ ਵਿਛਾ ਦਿੱਤੀ, ਕਹਿਣ ਲੱਗੀ ਇਹਦੇ ਤੇ ਬਹਿ ਜਾਓ। ਬਾਦਸ਼ਾਹ ਆਖਦੇ ਨਹੀਂ ਅਸੀਂ ਖੜੇ ਖੜੇ ਉਡੀਕ ਕਰ ਲੈਂਦੇ ਆ, ਤੁਸੀਂ ਫਕੀਰ ਜੀ ਨੂੰ ਬੁਲਾ ਲਓ। ਫਕੀਰ ਦੀ ਪਤਨੀ ਖੇਤਾਂ 'ਚ ਗਈ ਫਕੀਰ ਨੂੰ ਬੁਲਾਉਣ ਕਿ ਬਾਦਸ਼ਾਹ ਸਲਾਮਤ ਮਿਲਣ ਆਏ ਨੇ। ਰਸਤੇ 'ਚ ਤੁਰਿਆਂ ਆਉਂਦਿਆਂ ਉਹਦੀ ਪਤਨੀ ਆਖਦੀ ਹੈ ਫਕੀਰ ਨੂੰ, ਤੇਰਾ ਬਾਦਸ਼ਾਹ ਬੜਾ ਅਜੀਬ ਹੈ। ਪੁੱਛਿਆ ਕਿਉਂ? ਕਹਿਣ ਲੱਗੀ ਇਹਨੂੰ ਮੂੜਾ ਦਿੱਤਾ, ਮੂੜੇ ਤੇ ਨਹੀਂ ਬੈਠਾ, ਮੰਜੀ ਡਾਈ, ਮੰਜੀ ਤੇ ਨਹੀਂ ਬੈਠਾ, ਬਿਸਤਰਾ ਲਗਾਇਆ ਤਾਂ ਵੀ ਨਹੀਂ ਬੈਠਾ। ਕੀ ਤੇਰਾ ਬਾਦਸ਼ਾਹ ਬੈਠਦਾ ਨਹੀਂ ਹੁੰਦਾ? ਫਕੀਰ ਹੱਸ ਪਿਆ, ਕਹਿਣ ਲੱਗਾ ਇਸ ਗੱਲ ਦਾ ਸਬੂਤ ਹੈ ਕਿ ਉਹ ਬਾਦਸ਼ਾਹ ਹੈ, ਉਹ ਸਿੰਘਾਸਨ ਤੋਂ ਘੱਟ ਨਹੀਂ ਬਹਿੰਦਾ। ਉਹ ਮੂੜਿਆਂ ਮੰਜੀਆਂ ਤੇ ਬੈਠਣ ਵਾਲਾ ਨਹੀਂ, ਉਹ ਤਖਤ ਤੇ ਬੈਠਦਾ ਹੈ। ਇਸ ਗੱਲ ਦਾ ਸਬੂਤ ਹੈ ਕਿ ਉਹ ਬਾਦਸ਼ਾਹ ਹੈ, ਤਾਂ ਹੀ ਨਹੀਂ ਬੈਠਾ। ਉਹਨੂੰ ਬੈਠਣ ਲਈ ਘੱਟੋ ਘੱਟ ਇੱਕ ਰਾਜ ਸਿੰਘਾਸਨ ਚਾਹੀਦਾ ਹੈ। ਤੁਰਿਆਂ ਆਂਦਿਆਂ ਉਸ ਫਕੀਰ ਨੇ ਇੱਕ ਗੱਲ ਹੋਰ ਕਹੀ, ਕਹਿਣ ਲੱਗਾ ਇੱਕ ਰਾਜ਼ ਦੀ ਗੱਲ ਹੋਰ ਦੱਸਾਂ, ਆਹ ਜਿਹੜਾ ਮਨ ਹੈ ਨਾ, ਇਹ ਵੀ ਬਾਦਸ਼ਾਹ ਹੈ। ਇਹ ਮਾੜੀ ਮੋਟੀ ਕਾਰ ਕੋਠੀ ਤੇ ਇਹ ਵੀ ਨਹੀਂ ਬੈਠਦਾ। ਉਹ ਗੁਆਂਢੀ ਦੀ ਕੋਠੀ ਦੇਖਦਾ, ਵੱਡੀ ਉਹ ਹੋਣੀ ਚਾਹੀਦੀ, ਵੱਡੀ ਕੋਠੀ ਮਿਲ ਜਾਂਦੀ ਹੈ ਤਾਂ ਵੀ ਨਹੀਂ ਬੈਠਦਾ। ਆਖਦਾ ਨਹੀਂ ਬੰਗਲੋ ਹੋਣਾ ਚਾਹੀਦਾ, ਫਾਰਮ ਹਾਊਸ ਹੋਣਾ ਚਾਹੀਦਾ, ਉਹ ਵੀ ਮਿਲ ਜਾਏ ਤਾਂ ਵੀ ਨਹੀਂ ਬੈਠਦਾ। ਛੋਟੀ ਮੋਟੀ ਕਾਰ ਤੇ ਨਹੀਂ ਬੈਠਦਾ, ਮਸਡੀ ਹੋਵੇ, BMW ਹੋਵੇ, ਉਹ ਮਿਲ ਜਾਂਦੀ ਹੈ। ਆਖਦਾ ਨਹੀਂ ਆਡੀ ਹੋਵੇ, ਉੱਥੇ ਵੀ ਨਹੀਂ ਰੱਜਦਾ। ਬੈਂਟਲੀ ਹੋਵੇ, ਫੈਰਾਰੀ ਹੋਵੇ, ਉੱਥੇ ਵੀ ਨਹੀਂ ਰੱਜਦਾ। ਰੋਇਲਸ ਰੋਇਸ ਹੋਵੇ, ਚਲਦਿਆਂ ਚਲਦਿਆਂ ਕਿਤੇ ਦੀ ਕਿਤੇ ਪਹੁੰਚੀ ਚਲਾ ਜਾਂਦਾ ਹੈ। ਆਹ ਵਾਲੀ ਕਾਰ ਹੋਵੇ, ਆਹ ਨਾ ਹੋਵੇ, ਰੱਜਦਾ ਨਹੀਂ। ਸਰਪੰਚੀ ਦੀ ਕੁਰਸੀ ਤੇ ਬਹਿ ਜਾਏ, ਰੱਜਦਾ ਨਹੀਂ। ਕੌਂਸਲਰ ਬਣ ਜਾਂਦਾ ਹੈ, ਆਖਦਾ ਨਹੀਂ ਕੁਰਸੀ ਛੋਟੀ ਹੈ, MLA ਹੋਣਾ ਚਾਹੀਦਾ। MLA ਦੀ ਕੁਰਸੀ ਤੇ ਬਹਿ ਜਾਂਦਾ ਹੈ, ਰੱਜਦਾ ਨਹੀਂ। ਨਹੀਂ MP ਹੋਣਾ ਚਾਹੀਦਾ। MP ਦੀ ਕੁਰਸੀ ਮਿਲ ਜਾਂਦੀ, ਫਿਰ CM, ਫਿਰ PM, ਪ੍ਰੈਜ਼ੀਡੈਂਟ ਹੋ ਜਾਂਦਾ ਹੈ। ਆਖਦੇ ਨਹੀਂ ਦੁਨੀਆ ਦੀ ਕੁਰਸੀ ਮਿਲ ਜਾਏ। ਮਨ ਵੀ ਉਹ ਬਾਦਸ਼ਾਹ ਹੈ ਜਿਹੜਾ ਛੋਟੇ ਮੋਟੇ ਪਦਾਰਥਾਂ ਤੇ ਟਿਕਦਾ ਹੀ ਨਹੀਂ ਹੈ, ਬਹਿੰਦਾ ਹੀ ਨਹੀਂ ਹੈ। ਇਸ ਮਨ ਬਾਦਸ਼ਾਹ, ਮਨ ਰਾਜਾ ਸੁਲਤਾਨ ਨੂੰ ਵੀ
बैठण वास्ते घट्टो घट्ट परमेश्वर जी दे चरण चाहिए ने। रब दे चरनां तो उरे टिक नहीं सकदा। इनू रब दे चरनां रूपी संघासन जिद्दण मिल जांदा है उदण ही टिक जांदा है। उन्हें गल होर कही, कहन लगा अपनी पत्नी नूं एक राज की गल होर दसां। कहन लगी दसो। कहन लगा मेरा रब जिहड़ा है ना वह भी बादशाह है, बड़ा नखरे वाला है। मेरा रब भी बादशाह और नखरे वाला बादशाह है। वह भी किसी नाल अपना सिंघासन नहीं वंडांदा। जे उन्हें हिरदे च आउणा होवे वह भी कह दिंदा है पहला हिरदे चों हंकार नूं बाहर कढ, हौमे नूं बाहर कढ, मैं तां आवांगा, मैं हौमे नाल सिंघासन शेयर नहीं कर सकदा। पहला अपनी हौमे बाहर कढ, जिद्दण तेरे दिल चों हौमे चली जाएगी उदण मैं विराजमान हो जावांगा। वह भी एडा बादशाह है, अपना सिंघासन किसी नाल वंडांदा ही नहीं है, नखरे वाला है। और मन ते वह बादशाह है जिहड़ा रब दे चरनां तो उरे रजदा ही नहीं है। सहस खटे लख को उठतावे, तृप्त न आवे, माया पाछे पावे, अनेक भोग बिख्या के करे, न तृप्तावे, खप खप मरे, बिना संतोख नहीं को राजै। संतोख तो बिना राज नहीं। प्रभु दा नाम रजांदा है, साचा नाम मेरा आधारो, साच नाम आधार मेरा, जिन भुखा सब गवाइया, नाम भुखा दूर करता है, तृप्त भई सच भोजन खाया। जिदन सच का भोजन कर लिया आत्मक तृप्ति हो गई, मन तन रसना नाम ध्याया। हुण जबान भी रब्बी शुकराने च जुड़ गई, तन भी जिहड़ा इंद्रे भी रज गए, सच्चे नाम नाल जुड़ गए, मन भी रब्बी याद विच जुड़ गया। आ है असली जीवन। अनेक प्रकारी वस्त्र उड़ाए, आमदिन कीर्तन हर गुण गाए। जो रोज ही हरि दे गुणा की कीर्ति गानी शुरू कर दी, उहदे कीर्तन ही रेशमी वस्त्र बन गए। उहदी कीर्ति ने मेरी इज्जत नूं ढक लिया। हस्ती रथ अस असवारी, हर का मारक हृदय निहारी। जो हिरदे ने रब दे घर का रस्ता देख लिया, रब दे घर वाल हिरदा तुर पिया, बस यही इहदे लई हाथी का सफर, इहदे लई घोड़ियां दा, इहदे लई रथां ते सवारियां दा सफर हो गया। हिरदा मालक दे घर तुर पिया, समझ लिओ इहने रथां घोड़ियां दा सफर शुरू कर दिता। हुण बाहरले रथां घोड़ियां दी लोड़ नहीं रही। मन तन अंतर चरण ध्याया। मन विच, जीवन दे विच, शरीर दे विच जदों प्रभु दे चरनां दा ध्यान तरिया, तन विच मैंने अखां विच, कन्न च, नक च, जबान च, कर्मां दे विच जदों रब्बी याद पैदा हो गई, हर सुख निधान नानक दास पाया। हे नानक कह हरि सुखां दा खजाना इस दास नूं प्राप्त हो गया। सतगुरु पातशाह किरपा करन, असीं भी प्रभु चरनां नाल जुड़ जीवन नूं सफल कर सकीए। संतोख दी दात सानूं तृप्ति दे देवे। होईयां भुल्लां खिमा फतेह बुलाओ जी। वाहिगुरू जी का खालसा, वाहिगुरू जी की फतेह।